वाहेगुरु जी का खालसा वाहेगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਬਲਿਓ ਚਿਰਾਗ ਕਿਤਾਬ ਦੇ ਅਗਲੇ ਭਾਗ ਨੂੰ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 42। ਸੁਲਤਾਨਪੁਰ ਵਿੱਚ। ਸੁਲਤਾਨਪੁਰ ਜੇ ਤਲਵੰਡੀ ਨੂੰ ਇਹ ਸੁਭਾਗ ਪ੍ਰਾਪਤ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਮੁੱਢਲੇ 32 ਸਾਲ ਉੱਥੇ ਗੁਜ਼ਾਰੇ ਅਤੇ ਕਈ ਰਾਹ ਸੁਖਾਲੇ ਕੀਤੇ, ਤਾਂ ਸੁਲਤਾਨਪੁਰ ਨੂੰ ਵੀ ਇਹ ਮਾਣ ਪ੍ਰਾਪਤ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਭਰ ਜਵਾਨੀ ਦੇ 4.5 ਸਾਲ ਉੱਥੇ ਗੁਜ਼ਾਰੇ ਸਨ। ਉੱਥੇ ਹੀ 13 ਦੀ ਧੁਨੀ ਉੱਠੀ ਸੀ। ਉੱਥੇ ਹੀ ਹਿੰਦੂ ਮੁਸਲਮਾਨਾਂ ਨੂੰ ਸੋਝੀ ਮਿਲੀ ਸੀ ਕਿ ਨਾ ਕੋਈ ਹਿੰਦੂ ਤੇ ਨਾ ਕੋਈ ਮੁਸਲਮਾਨ। ਉੱਥੇ ਹੀ ਸੜਦੇ ਸੰਸਾਰ ਨੂੰ ਠੰਡ ਪਾਉਣ ਵਾਲਾ ਮੂਲ ਮੰਤਰ ਮਿਲਿਆ ਸੀ। ਜਪ ਦਾ ਮੁੱਢ ਵੀ ਉੱਥੇ ਹੀ ਬੱਝਾ ਸੀ। ਉੱਥੇ ਹੀ ਬਾਬੇ ਨੇ ਨਿਰਣਾ ਲਿਆ ਸੀ ਕਿ ਧਰਤੀ ਦੇ ਲੋਕਾਂ ਨੂੰ ਸੋਧਣ ਲਈ ਮੈਦਾਨ ਵਿੱਚ ਨਿਤਰਨਾ ਚਾਹੀਦਾ ਹੈ। ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿੱਚ ਉੱਥੇ ਹੀ ਬਾਬੇ ਨੇ ਧਿਆਨ ਧਰ ਡਿੱਠਾ ਸੀ ਕਿ ਧਰਤੀ ਜਲ ਰਹੀ ਹੈ ਅਤੇ ਗੁਰੂ ਤੋਂ ਬਗੈਰ ਲਕਾਈ ਹਾਹਾਕਾਰ ਕਰ ਰਹੀ ਹੈ। ਉੱਥੇ ਹੀ ਸਾਡੇ ਲਈ ਰੱਬ ਦੀ ਦਰਗਾਹ ਤੋਂ ਪੁਰਾਤਨ ਜਨਮ ਸਾਖੀ ਵਾਲਾ ਲਿਖਦਾ ਹੈ ਕਿ ਜਪ ਵੀ ਲਿਆਏ ਸਨ, ਜਿਸ ਨੂੰ ਜਪਣ ਨਾਲ ਨਾ ਨਾਮ ਰਹਿੰਦਾ ਹੈ ਨਾ ਨਾਮੀ। ਉੱਥੇ ਹੀ ਮੋਦੀਖਾਨੇ ਦਾ ਕਾਰਜ ਸੰਭਾਲ ਬਾਬੇ ਨੇ ਕਿਰਤ ਅਤੇ ਕਾਰਾ ਕਰਨ ਵਾਲਿਆਂ ਲਈ ਪੂਰਨੇ ਪਾਏ ਸਨ। ਸੁਲਤਾਨਪੁਰ ਨੂੰ ਹੀ ਪਿੱਛੋਂ ਗੁਰੂ ਅਰਜਨ ਦੇਵ ਜੀ ਨੇ ਭਗਤ ਭੰਡਾਰਾ ਕਿਹਾ ਸੀ। ਗੁਰੂ ਨਾਨਕ ਦੇਵ ਜੀ ਦੇ ਜੀਵਨ ਵਿੱਚ ਸੁਲਤਾਨਪੁਰ ਇੱਕ ਮਹੱਤਵਪੂਰਨ ਅਸਥਾਨ ਹੈ। ਸੁਲਤਾਨਪੁਰ ਸਫੇਦ ਵਈ ਦੇ ਕਿਨਾਰੇ ਪੁਰਾਣੀ ਜਰਨੈਲੀ ਸੜਕ 'ਤੇ ਵਸਿਆ ਇੱਕ ਪੁਰਾਤਨ ਸ਼ਹਿਰ ਹੈ। 11ਵੀਂ ਸਦੀ ਵਿੱਚ ਇਹ ਇੱਕ ਪ੍ਰਸਿੱਧ ਛਾਉਣੀ ਸੀ। ਵਈ ਤੋਂ ਪਾਰ ਖੰਜੂਰਾਂ ਦੇ ਬ੍ਰਿਸ਼ਾਂ ਦੀ ਹੋਂਦ ਇਹ ਸਿੱਧ ਕਰਨ ਲਈ ਕਾਫੀ ਹੈ ਕਿ ਤੁਰਾਨੀ ਫੌਜਾਂ ਉੱਥੇ ਛਾਉਣੀ ਪਾ ਟਿਕਦੀਆਂ ਸਨ। ਮਹਿਮੂਦ ਗਜ਼ਨਵੀ ਦੇ ਇੱਕ ਫੌਜਦਾਰ ਸੁਲਤਾਨ ਖਾਨ ਲੋਧੀ ਨੇ ਇਸ ਸ਼ਹਿਰ ਨੂੰ ਵਸਾਇਆ ਸੀ ਅਤੇ ਉਸ ਦੀ ਸੰਤਾਨ ਦੇ ਇੱਕ ਹੋਰ ਜੀ ਦੌਲਤ ਖਾਂ ਲੋਧੀ ਨੇ 15ਵੀਂ ਸਦੀ ਦੇ ਆਰੰਭ ਵਿੱਚ ਦਿੱਲੀ 'ਤੇ ਕੁਝ ਚਿਰ ਰਾਜ ਕੀਤਾ ਸੀ। ਪਰ ਖਿਜ਼ਰ ਖਾਨ ਨਾਂ ਦੇ ਇੱਕ ਹੋਰ ਜਰਨੈਲ ਨੇ 1414 ਈਸਵੀ ਵਿੱਚ ਦਿੱਲੀ 'ਤੇ ਕਬਜ਼ਾ ਕਰ ਲਿਆ ਅਤੇ ਦੌਲਤ ਖਾਂ ਨੂੰ ਹਿਸਾਰ ਫਿਰੋਜ਼ਾ ਭੇਜ ਦਿੱਤਾ। ਜਰਨੈਲ ਖਿਜ਼ਰ ਖਾਂ ਨੇ ਉਮਰ ਬੇਗ 'ਤੇ ਪ੍ਰਸੰਨ ਹੋ ਕੇ ਉਸ ਨੂੰ ਸੁਲਤਾਨਪੁਰ ਦਾ ਵਸਿਆ ਸ਼ਹਿਰ ਜਗੀਰ ਵਿੱਚ ਦੇ ਦਿੱਤਾ। ਉਸ ਦੇ ਘਰ 1458 ਈਸਵੀ ਨੂੰ ਦੌਲਤ ਖਾਂ ਦਾ ਜਨਮ ਹੋਇਆ ਅਤੇ ਗੁਰੂ ਨਾਨਕ ਦੇਵ ਜੀ ਜਦ ਸੁਲਤਾਨਪੁਰ 1501 ਈਸਵੀ ਵਿੱਚ ਪੁੱਜੇ ਤਾਂ ਇਹ ਦੌਲਤ ਖਾਂ ਲੋਧੀ ਹੀ ਰਾਜ ਕਰ ਰਿਹਾ ਸੀ। ਸੁਲਤਾਨਪੁਰ ਦੌਲਤ ਖਾਨ ਦੀ ਜੰਗੀਰ ਸੀ। ਲਾਹੌਰ ਦਾ ਉਹ ਨਵਾਬ ਸੀ। ਸਿਕੰਦਰ ਲੋਧੀ ਦੇ ਚਾਚੇ ਦਾ ਪੁੱਤਰ ਭਰਾ ਸੀ ਅਤੇ ਇਬਰਾਹਿਮ ਲੋਧੀ ਦਾ ਚਾਚਾ ਸੀ। ਇਸੇ ਦੌਲਤ ਖਾਂ ਨੇ ਆਪਣੇ ਭਤੀਜੇ ਇਬਰਾਹਿਮ ਨਾਲ ਮੱਥਾ ਵੀ ਲਗਾਇਆ ਸੀ। ਦੌਲਤ ਖਾਂ ਨੂੰ ਉਸ ਸਮੇਂ ਬਹੁਤ ਗੁੱਸਾ ਆਇਆ ਜਦ ਇਬਰਾਹਿਮ ਨੇ ਮੀਆਂ ਬੂਆ ਵਰਗੇ ਵਿਦਵਾਨ ਨੂੰ ਨਿਰੋਲ ਇਸ ਕਰਕੇ ਕਤਲ ਕਰ ਦਿੱਤਾ ਸੀ ਕਿ ਉਸ ਨੇ ਮਹਾਵੈਦਿਕ ਗ੍ਰੰਥ ਨੂੰ ਫਾਰਸੀ ਅੱਖਰਾਂ ਵਿੱਚ ਕਰਕੇ ਤਿਬ-ਏ-ਸਿਕੰਦਰੀ ਕਿਉਂ ਬਣਾਇਆ ਸੀ। ਇਬਰਾਹਿਮ ਨੇ ਕਈ ਸਰਦਾਰ ਬੇਦੋਸ਼ੇ ਹੀ ਕਤਲ ਕਰ ਦਿੱਤੇ ਸਨ। ਆਪਣੇ ਪੁੱਤਰ ਗਾਜੀ ਖਾਂ ਕੋਲੋਂ ਦਿੱਲੀ ਉੱਤੇ ਅਤਿਆਚਾਰ ਹੁੰਦੇ ਸੁਣ ਕੇ ਦੌਲਤ ਖਾਂ ਨੇ ਬਾਬਰ ਨੂੰ ਹਿੰਦੁਸਤਾਨ 'ਤੇ ਹਮਲਾ ਕਰਨ ਲਈ ਲਿਖਿਆ ਸੀ। ਪਿਛਲੇ 50 ਸਾਲਾਂ ਤੋਂ ਸੁਲਤਾਨਪੁਰ ਇਸਲਾਮੀ ਤਾਲੀਮ ਪ੍ਰਾਪਤ ਕਰਨ ਦਾ ਕੇਂਦਰ ਵੀ ਬਣ ਗਿਆ ਸੀ। ਕਈ ਵਿਦਵਾਨ ਦਿੱਲੀ ਦੀ ਹਕੂਮਤ ਹੱਥੋਂ ਸਥਾਏ ਉੱਥੇ ਆ ਟਿਕੇ ਸਨ। ਸੁਲਤਾਨਪੁਰ ਇੰਨਾ ਪ੍ਰਸਿੱਧ ਹੋ ਗਿਆ ਸੀ ਕਿ ਪਿੱਛੋਂ ਸ਼ਾਹਜਹਾਨ ਨੇ ਉੱਥੇ ਹੀ ਵਿੱਦਿਆ ਪ੍ਰਾਪਤ ਕੀਤੀ ਸੀ ਅਤੇ ਆਪਣੇ ਪੁੱਤਰਾਂ ਦਾਰਾ ਅਤੇ ਔਰੰਗਜ਼ੇਬ ਨੂੰ ਸਮੇਂ ਦੇ ਪ੍ਰਸਿੱਧ ਵਿਦਵਾਨ ਮੌਲਾਨਾ ਅਬਦੁੱਲਾ ਸੁਲਤਾਨਪੁਰੀ ਪਾਸ ਹੀ ਪੜ੍ਹਨੇ ਪਾਇਆ ਸੀ। ਦਾਰਾ ਦਾ ਸੁਭਾਅ ਤਾਂ ਖੁੱਲ੍ਹਾ ਹੈ ਹੀ ਸੀ। ਮੁਆਸਰੇ ਆਲਮਗੀਰੀ ਵਾਲਾ ਲਿਖਦਾ ਹੈ ਕਿ ਔਰੰਗਜ਼ੇਬ ਵੀ ਕਈ ਵਾਰ ਦਰਬਾਰ ਵਿੱਚ ਪ੍ਰਚਲਿਤ ਪੰਜਾਬੀ ਅਖਾਣ, ਜੋ ਅਸਲ ਵਿੱਚ ਗੁਰੂ ਸਾਹਿਬਾਨ ਦੀ ਬਾਣੀ ਸੀ, ਲੋੜ ਵੇਲੇ ਬੋਲ ਦਿੰਦਾ ਸੀ। ਇੱਕ ਵਾਰ ਔਰੰਗਜ਼ੇਬ ਨੇ ਦਰਬਾਰ ਵਿੱਚ ਹੋ ਰਹੀ ਚਰਚਾ ਵੇਲੇ ਇੱਕ ਪਖੰਡੀ ਦਾ ਪਾਜ
ਉਘੇੜਨ ਲਈ ਗੁਰੂ ਨਾਨਕ ਪਾਤਸ਼ਾਹ ਦਾ ਇਹ ਸਲੋਕ ਪੜ੍ਹਿਆ। ਕੁਲਹਾ ਦੇਂਦੇ ਬਾਵਲੇ ਲੈਂਦੇ ਵੱਡੇ ਨਿਲੱਜ, ਚੂਹਾ ਖੱਡ ਨਾ ਮਾਵੀਂ ਤੀਕਲ ਬੰਨੇ ਛੱਜ। ਇੱਕ ਹੋਰ ਵਿਦਵਾਨ ਕਾਜੀ ਨੂਰ ਉਲਾ ਵੀ ਉੱਥੇ ਹੀ ਰਹਿੰਦੇ ਸਨ। ਵਈ ਤੋਂ ਪਾਰ ਉੱਤਰ ਵੱਲ ਨੂੰ ਗੁਰਦੁਆਰਾ ਬੇਰ ਸਾਹਿਬ ਤੋਂ ਉੱਤਰ ਚੜ੍ਹਦੇ ਵੱਲ ਉਜਾੜ ਵਿੱਚ ਇੱਕ ਪੁਰਾਣੀ ਗੁੰਬਦ ਵਾਲੀ ਇਮਾਰਤ, ਜਿਸ ਨੂੰ ਹੁਜਰਾ ਹਜੀਰਾ ਕਹਿੰਦੇ ਸਨ, ਉਹ ਪ੍ਰਸਿੱਧ ਮਦਰਸੇ ਦੀ ਯਾਦ ਦਿਲਵਾਉਂਦੀ ਹੈ। ਇਸ ਦਾ ਚੁਕੰਦਾ ਹੁਣ ਢਹਿ ਗਿਆ ਹੈ ਅਤੇ ਉੱਚੇ ਥੜੇ 'ਤੇ ਬਣੀ ਇਮਾਰਤ ਹੈ। ਪੁਰਾਣੀ ਜਰਨੈਲੀ ਸੜਕ ਇਸੇ ਪਾਸੇ ਦੀ ਗੁਜ਼ਰਦੀ ਸੀ। ਅਕਬਰਨਾਮਾ ਦੀ ਜਿਲਦ ਦੇ ਪੰਨਾ 704 ਤੇ ਲਾਹੌਰ ਤੋਂ ਫਤਿਹਪੁਰ ਜਾਂਦੀ ਵੱਡੀ ਸੜਕ ਦਾ ਵੇਰਵਾ ਦਿੱਤਾ ਹੈ। ਇਹ ਸੜਕ ਲਾਹੌਰ ਤੋਂ ਕਲਾਨੌਰ, ਕਲਾਨੌਰ ਤੋਂ ਜਲਾਲਾਬਾਦ, ਸੁਲਤਾਨਪੁਰ, ਜਲੰਧਰ, ਹਦੀਆਬਾਦ, ਮਾਛੀਵਾੜਾ, ਸਰਹੰਦ, ਅੰਬਾਲਾ, ਸ਼ਾਹਬਾਦ, ਥਾਨੇਸਰ, ਪਾਣੀਪਤ, ਸੋਨੀਪਤ, ਦਿੱਲੀ, ਦੌਲਤਾਬਾਦ, ਸਰਾਏ ਵੱਡੇ ਅਤੇ ਫਤਿਹਪੁਰ ਤੋਂ ਹੋ ਕੇ ਜਾਂਦੀ ਸੀ। ਸੁਲਤਾਨਪੁਰ ਇੱਕ ਜ਼ਰੂਰੀ ਅਤੇ ਵੱਡਾ ਪੜਾਅ ਸੀ। ਸ਼ਹਿਰ ਦੀ ਰੌਣਕ ਵੇਖਣ ਵਾਲੀ ਸੀ। ਜਦ ਗੁਰੂ ਨਾਨਕ ਦੇਵ ਜੀ ਇੱਥੇ ਪੁੱਜੇ ਸਨ, ਉਸ ਸਮੇਂ ਇਸ ਦੇ 32 ਪ੍ਰਸਿੱਧ ਬਾਜ਼ਾਰ ਸਨ। ਬਾਜ਼ਾਰਾਂ ਦੇ ਨਾਵਾਂ ਤੋਂ ਹੀ ਪਤਾ ਲੱਗ ਜਾਵੇਗਾ ਕਿ ਸੁਲਤਾਨਪੁਰ ਇੱਕ ਵੱਡਾ ਸ਼ਾਨਦਾਰ ਸ਼ਹਿਰ ਸੀ। ਬਾਜ਼ਾਰ ਸ਼ਰਾਫਾ, ਬਾਜ਼ਾਰ ਨਗਮਾ ਸਾਜ਼ਾਂ, ਪਸਾਰ ਖਾਨ, ਅਦੀਵੀਆ ਫਰੋਸ਼ਾ, ਅੰਗੀ ਬਾਜ਼ਾਰ, ਚੂੜੀ ਫਰੋਸ਼ਾ, ਖੁਸ਼ਰੋਮੀ ਬਾਜ਼ਾਰ, ਹਲਵਾਈਆਂ ਬਾਜ਼ਾਰ, ਨਾਨਬਾਈਆਂ, ਚਿਕਲੀ ਬਾਜ਼ਾਰ, ਰੂਈਂਗਰਾਂ ਬਾਜ਼ਾਰ, ਬਸਤੀਆਂ ਬਾਜ਼ਾਰ, ਐਬ ਰੇਸ਼ਮ ਬਾਫਾਂ ਬਾਜ਼ਾਰ, ਕਰਦਗਾਰਾਂ ਬਾਜ਼ਾਰ, ਸਪਗਰਾਂ ਬਾਜ਼ਾਰ, ਕਮਾਨ ਨਗਰਾਂ ਅਤੇ ਇਸ ਤਰ੍ਹਾਂ ਦੇ ਕਿੰਨੇ ਹੋਰ ਬਾਜ਼ਾਰ ਸ਼ਹਿਰ ਦੀ ਸ਼ੋਭਾ ਅਤੇ ਆਕਾਰ ਦਰਸਾਉਂਦੇ ਹਨ। ਸੋ ਜਦ ਗੁਰੂ ਨਾਨਕ ਦੇਵ ਜੀ ਨੇ ਭਾਈ ਜੈ ਰਾਮ ਜੀ ਦੇ ਕਹਿਣ 'ਤੇ ਸੁਲਤਾਨਪੁਰ ਜਾਣਾ ਮੰਨ ਲਿਆ, ਤਾਂ ਉਹ ਅਨੁਭਵ ਕਰ ਰਹੇ ਸਨ ਕਿ ਸੁਲਤਾਨਪੁਰ ਤਲਵੰਡੀ ਬਾਅਦ ਇੱਕ ਠੀਕ ਕੇਂਦਰ ਹੈ, ਜਿੱਥੇ ਉਹ ਆਪਣੇ ਆਦਰਸ਼ ਅਤੇ ਉਦੇਸ਼ ਦ੍ਰਿੜਾ ਸਕਦੇ ਸਨ। ਉਹਨਾਂ ਦਾ ਸੁਲਤਾਨਪੁਰ ਵਿਖੇ ਮੋਦੀਖਾਨੇ ਦਾ ਕੰਮ ਸੰਭਾਲਣ ਦਾ ਨਿਰਣਾ ਲੈਣਾ ਇੱਕ ਯੁੱਗ ਪਲਟਾਊ ਫੈਸਲਾ ਸੀ। ਮੋਦੀ ਭਾਈ ਜੈ ਰਾਮ ਜੀ ਦੌਲਤ ਖਾਂ ਲੋਧੀ ਦੇ ਦੀਵਾਨ ਸਨ। ਦੌਲਤ ਖਾਂ ਪਾਸ ਨਿੱਤ ਸ਼ਿਕਾਇਤਾਂ ਪੁੱਜਦੀਆਂ ਸਨ ਕਿ ਮੋਦੀਖਾਨਾ ਠੀਕ ਨਹੀਂ ਸੀ ਚੱਲ ਰਿਹਾ, ਰਸਦਾਂ ਠੀਕ ਨਹੀਂ ਪੁੱਜਦੀਆਂ, ਲੋੜਵੰਦਾਂ ਨੂੰ ਧਿਕਾਰ ਮਿਲਦੀ ਹੈ। ਉਹ ਕਿਸੇ ਸੁਚੱਜੇ ਮੋਦੀ ਦੀ ਭਾਲ ਵਿੱਚ ਸੀ। ਮੋਦੀਖਾਨੇ ਬਾਰੇ ਮਹਾਕੋਸ਼ ਵਿੱਚ ਲਿਖਿਆ ਹੈ ਕਿ ਉਸ ਸਮੇਂ ਪਰਜਾ ਤੋਂ ਜਿਣਸ ਦੀ ਵੰਡਾਈ ਲਈ ਜਾਂਦੀ ਸੀ। ਸਰਕਾਰੀ ਹਿੱਸੇ ਆਇਆ ਅੰਨ, ਗੁੜ ਆਦਿ ਹੋਰ ਸਮਾਨ ਮੋਦੀਖਾਨੇ ਵਿੱਚ ਦਾਖਲ ਹੁੰਦਾ ਸੀ। ਉੱਥੋਂ ਛੱਟ ਸਾਫ਼ ਹੋ ਸ਼ਾਹੀ ਲੰਗਰ ਅਤੇ ਫੌਜ ਲਈ ਜਾਂਦਾ ਸੀ। ਜਿਸ ਸਮਾਨ ਦੀ ਲੋੜ ਪੈਂਦੀ ਸੀ, ਪਰਚੇ ਨਾਲ ਮੰਗਵਾਇਆ ਜਾਂਦਾ ਸੀ। ਜੋ ਜਿਣਸ ਬਚ ਜਾਂਦੀ ਸੀ, ਮੋਦੀ ਵੇਚ ਕੇ ਨਗਦ ਸਰਕਾਰੀ ਖਜ਼ਾਨੇ ਵਿੱਚ ਦਾਖਲ ਕਰਦਾ ਸੀ। ਸੋ ਇਸ ਵਿਆਖਿਆ ਤੋਂ ਸਪਸ਼ਟ ਹੈ ਕਿ ਮੋਦੀ ਦਾ ਕੰਮ ਬਹੁਤ ਜ਼ਿੰਮੇਵਾਰੀ ਦਾ ਸੀ ਅਤੇ ਲੈਣ ਦੇਣ ਰੋਜ਼ ਹੋਣ ਕਾਰਨ ਹੇਰਾਫੇਰੀ ਦੀ ਬਹੁਤ ਸੰਭਾਵਨਾ ਸੀ। ਜਦ ਗੁਰੂ ਨਾਨਕ ਦੇਵ ਜੀ ਮੋਦੀਖਾਨਾ ਛੱਡ ਗਏ ਤਾਂ ਪੁਰਾਤਨ ਜਨਮ ਸਾਖੀ ਵਾਲੇ ਲਿਖਦੇ ਹਨ ਕਿ ਦੌਲਤ ਖਾਂ ਨੇ ਕਿਹਾ ਸੀ, ਵੈਸਾ ਵਜ਼ੀਰ ਮੈਨੂੰ ਮਿਲਣਾ ਮੁਸ਼ਕਿਲ ਹੈ। ਆਮ ਤੌਰ 'ਤੇ ਜਿਣਸ ਲੈਣ ਵੇਲੇ ਮੋਦੀ ਵੱਧ ਤੋਲ ਦਿੰਦਾ ਸੀ ਅਤੇ ਦੇਣ ਵੇਲੇ ਘੱਟ। ਭਾਵੇਂ ਹਰ ਮੋਦੀ ਨੂੰ ਅਲੂਫਾ ਨਾਂ ਦੀ ਛੋਟ ਮਿਲਦੀ ਸੀ, ਪਰ ਉਹ ਅਲੂਫਾ ਤੋਂ ਇਲਾਵਾ ਕਈ ਹਥਕੰਡੇ ਵਰਤ ਕੇ ਮਾਇਆ ਇਕੱਤਰਿਤ ਕਰਦਾ ਸੀ। ਦੌਲਤ ਖਾਂ ਕਿਸੇ ਦਿਆਨਤਦਾਰ ਮੋਦੀ ਨੂੰ ਟੋਲਦਾ ਪਿਆ ਸੀ। ਜਦ ਜੈ ਰਾਮ ਜੀ ਨੇ ਦੌਲਤ ਖਾਂ ਨੂੰ ਮੋਦੀ ਦੀ ਭਾਲ ਕਰਦੇ ਦੇਖਿਆ ਤਾਂ ਮੌਕਾ ਸੰਭਾਲ ਕੇ ਆਖਿਆ, ਮੇਰਾ ਇੱਕ ਸਾਕ ਹੈ ਅਰ ਮਰਦਾਨਾ ਆਦਮੀ ਹੈ, ਖੂਬ ਲਾਇਕ ਹੈ, ਮੁਹਿੰਮ ਸਰ ਕਰਨਹਾਰ ਹੈ, ਅਰਬੀ, ਫਾਰਸੀ ਅਤੇ ਹਰ ਵਿੱਦਿਆ ਤੋਂ ਜਾਣੂ ਹੈ। ਦੌਲਤ ਖਾਂ ਨੇ ਹਾਮੀ ਭਰੀ ਅਤੇ ਜੈ ਰਾਮ ਨੂੰ ਗੁਰੂ ਨਾਨਕ ਦੇਵ ਜੀ ਨੂੰ ਸੁਲਤਾਨਪੁਰ ਲੈ ਆਏ। ਦੌਲਤ ਖਾਂ ਨੇ
ਨਿਸ਼ਲ ਅਤੇ ਨਿਰਕਪਟ ਚਿਹਰਾ ਦੇਖ ਕੇ ਉਸੇ ਸਮੇਂ ਆਖ ਦਿੱਤਾ, ਇਹ ਤਾਂ ਕੋਈ ਔਲੀਆ ਹੈ। ਇਹ ਮਰਦ ਖੁਦਾਈ ਸੂਰਤ ਨਜ਼ਰ ਆਵਤਾ ਹੈ। ਮੋਦੀ ਦਾ ਕੰਮ ਕਿਸ ਤਰ੍ਹਾਂ ਨਿਭਾਏਗਾ? ਗੁਰੂ ਨਾਨਕ ਦੇਵ ਜੀ ਨੇ ਫਰਮਾਇਆ, ਸਭ ਕੰਮ ਕਰਤਾਰ ਦੇ ਹੱਥ ਹਨ। ਆਦਮੀ ਦਾ ਉਦਮ ਉਹ ਹੀ ਸਫਲ ਕਰਨ ਵਾਲਾ ਹੈ। ਕਿਸੀ ਕੀ ਦਮੜੀ ਨਾ ਰਾਖੇ। ਗੁਰੂ ਨਾਨਕ ਦੇਵ ਜੀ ਨੇ ਸਹਿਜੇ ਹੀ ਸਾਰੇ ਕੰਮਾਂ ਨੂੰ ਸਮਝ ਲਿਆ ਅਤੇ ਸਭ ਤੋਂ ਪਹਿਲੀ ਇਤਿਆਦ ਮੋਦੀ ਬਾਬੇ ਨੇ ਇਹ ਵਰਤੀ ਕਿ ਜੈਸੀ ਰਸਦ ਨਵਾਬ ਦੇ ਘਰ ਜਾਏ ਤੈਸੀ ਹੋਰਾਂ ਲੋਕਾਂ ਨੂੰ ਮਿਲੇ। ਮਿਹਰਬਾਨ ਜੀ ਜਨਮ ਸਾਖੀ ਵਿੱਚ ਲਿਖਦੇ ਹਨ ਕਿ ਨਾਨਕ ਜੀ ਆਪ ਦਿਆਨਤਦਾਰ, ਕਿਸੀ ਕਾ ਕਿਛ ਲੈ ਨਾਹੀਂ, ਹੋਰਸ ਕਾ ਹੱਕ ਗਵਾਏ ਨਾਹੀਂ, ਧਰਮੋ ਧਰਮੀ ਚਲਾਏ। ਅੱਗੇ ਜੋ ਲੋਕ ਪੀछे लागे फिरते, हक ना पावते थे, अब सब को हक पहुँचे, सब लगे दुआए देन। या खुदाए तू नानक जी का भला कर, जो सबना दा हक पहुँचाउंदा है, किसी नूं रंज नहीं करदा। अगे जो मोदी थे सो दहनीमी काट लैंदे, गुरु नानक नाही, सब आखे वाह वाह नानक ਦਿਆਨਤਦਾਰ। ਪੁਰਾਤਨ ਜਨਮ ਸਾਖੀ ਵਾਲਾ ਵੀ ਲਿਖਦਾ ਹੈ ਕਿ ਨਾਨਕ ਜੀ ਕਿਸੇ ਦੀ ਦਮੜੀ ਨਾ ਰੱਖੇ, ਬੜੀ ਸੋਭਾ ਹੋਏ, ਸਭ ਰਈਅਤ ਲਗੀ ਦੁਆਏ ਦੇਣ। ਮਹਿਮਾ ਪ੍ਰਕਾਸ਼ ਨੇ ਤਾਂ ਸਗੋਂ ਇਹ ਲਿਖਿਆ ਹੈ, ਜੋ ਭੂਖਾ ਪਿਆਸਾ ਚੱਲ ਆਵੇ ਦਿਆਲ ਕੇ, ਭਰ ਪੱਲੜਾ ਤਿਸ ਦੇ ਤਰਾਜੂ ਢਾਲ ਕੇ। ਭਾਈ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਦੇਵ ਜੀ ਦਾ ਗਰੀਬਾਂ ਅਤੇ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਦੇ ਦੇਖ ਅਲੰਕਾਰ ਖਿੱਚਿਆ ਕਿ ਇੰਜ ਪ੍ਰਤੀਤ ਹੁੰਦਾ ਹੈ ਕਿ ਪੁੰਨ ਉਪਕਾਰ ਵਿਰਤੀ ਨੇ ਹੀ ਆਪਣਾ ਸਰੀਰ ਧਾਰ ਕੇ ਗੁਰੂ ਨਾਨਕ ਰੂਪ ਵਿੱਚ ਆ ਦੁਕਾਨ ਚਲਾਈ ਹੈ। ਸੱਟਾ ਇਹ ਕਿ ਗਰੀਬ ਭੁੱਖ ਨੰਗ ਅਤੇ ਦੁੱਖ ਸੁਲਤਾਨਪੁਰ ਤੋਂ ਕੂਚ ਹੀ ਕਰ ਗਏ ਹਨ। ਮਾਨੋ ਪੁੰਨ ਤਨ ਧਾਰ ਨਿਜ ਕੀਨੀ ਆਣ ਦੁਕਾਨ, ਦਰਦ ਸ਼ੁਦਾ ਜੋ ਨਗਨਤਾ ਤਜ ਗਏ ਪੁਰ ਸੁਲਤਾਨ। ਗੁਰੂ ਨਾਨਕ ਦੇਵ ਜੀ ਦਾ ਹੱਥ ਬੜਾ ਖੁੱਲ੍ਹਾ ਸੀ, ਦਿਲ ਦਰਿਆ, ਲੋੜਵੰਦਾਂ ਦੀਆਂ ਲੋੜਾਂ ਪੁੱਛ ਕੇ ਪੂਰੀਆਂ ਕਰਦੇ। ਗ੍ਰਹਿਸਤ ਵਿੱਚ ਉਦਾਸ ਸਨ। ਕੁਝ ਚਿਰ ਪਿੱਛੋਂ ਬਾਬਾ ਜੀ ਨੇ ਮਰਦਾਨਾ ਜੀ ਨੂੰ ਭੇਜ ਕੇ ਮਾਤਾ ਸੁਲੱਖਣੀ ਅਤੇ ਬੱਚਿਆਂ ਨੂੰ ਵੀ ਸਦਵਾ ਲਿਆ। ਦੌਲਤ ਖਾਂ ਤੇ ਗੁਰੂ ਨਾਨਕ ਦੇਵ ਜੀ ਦੀ ਸ਼ਖਸੀਅਤ ਦਾ ਐਸਾ ਪ੍ਰਭਾਵ ਪਿਆ ਕਿ ਉਸ ਨੇ ਇੱਕ ਹੁਕਮ ਰਾਹੀਂ ਇਹ ਕਿਹਾ, ਜਿਤਨੀ ਮੇਰੀ ਇਹ ਸਰਕਾਰ ਹੈ ਇਤਨੀ ਸਭ ਨਾਨਕ ਜੀ ਦੇ ਹਵਾਲੇ ਕਰੋ। ਫਿਰ ਗੁਰੂ ਨਾਨਕ ਜੀ ਦੇ ਕਹਿਣ ਤੇ ਸੁਲਤਾਨਪੁਰ ਤੋਂ ਪਹਿਲਾਂ ਫੌਜ ਹਟਾਉਣੀ ਅਤੇ ਫਿਰ ਹਟਾ ਹੀ ਦਿੱਤੀ। ਬਚਾਏ ਖਰਚ ਨਾਲ ਲੋੜਵੰਦਾਂ ਲਈ ਸਰਕਾਰੀ ਲੰਗਰ ਲੱਗੇ ਗਏ। ਸਵਾਲੀ ਫਕੀਰੀ ਖਾਲੀ ਨਾ ਜਾਏ। ਭਾਈ ਮਣੀ ਸਿੰਘ ਨੇ ਲਿਖਿਆ ਕਿ ਦੌਲਤ ਖਾਂ ਪਾਸ ਇਹ ਸ਼ਿਕਾਇਤ ਵੀ ਕੀਤੀ ਗਈ ਕਿ ਖੈਰਾਇਤ 'ਤੇ ਬਹੁਤ ਖਰਚ ਹੋ ਰਿਹਾ ਹੈ। ਸਿਪਾਹੀ ਦਾ ਖਰਚ 100 ਰੁਪਏ ਰੋਜ਼ ਉੱਠਦਾ ਹੈ ਅਤੇ ਖੈਰਾਇਤ ਰੋਜ਼ 500 ਰੁਪਏ ਉੱਠਦੀ ਹੈ। ਸ਼ਿਕਾਇਤ ਕਰਨ ਵਾਲਿਆਂ ਨੂੰ ਦੌਲਤ ਖਾਂ ਨੇ ਇਹ ਹੀ ਕਿਹਾ ਕਿ ਸੁਲਤਾਨਪੁਰ ਦੇ ਭਾਗ ਹਨ ਕਿ ਐਸਾ ਮੋਦੀ ਮਿਲਿਆ ਹੈ। ਗੁਰੂ ਨਾਨਕ ਦੇਵ ਜੀ ਦੀ ਵਡਿਆਈ ਅਤੇ ਸੋਭਾ ਸੁਣ ਕੇ ਤਲਵੰਡੀ ਤੋਂ ਕਿੰਨੇ ਲੋਕ ਰੁਜ਼ਗਾਰ ਪ੍ਰਾਪਤ ਕਰਨ ਲਈ ਸੁਲਤਾਨਪੁਰ ਆਏ। ਤਿਸ ਪਿੱਛੇ ਹੋਰ ਖਾਏ ਘਨੇਰੀ ਵਾਲੀ ਗੱਲ ਹੋਈ। ਮਿਹਰਬਾਨ ਜੀ ਦੇ ਸ਼ਬਦਾਂ ਵਿੱਚ ਜਿਹੋ ਜਿਹਾ ਕੋਈ ਕੰਮ ਜਾਣੇ ਤੇਹੋ ਜਿਹੀ ਉਸ ਟਹਿਲ ਮਿਲੇ। ਸਭ ਕੋਈ ਸਦਕਾ ਬਾਬੇ ਜੀ ਦਾ ਬਾਫਰਾਤ ਰੋਟੀ ਖਾਏ। ਕੰਮ ਪਾਤਸ਼ਾਹੀ ਜੋੜ ਛੋੜਿਓ। ਸੋ ਉਸ ਹੀ ਭਾਂਤ ਕੰਮ ਸਰਕਾਰ ਕਾ ਚਾਲੇ। ਭਾਵ ਉਹਨਾਂ ਨੇ ਸਰਕਾਰੀ ਕੰਮ ਵਿੱਚ ਐਸੀ ਤਰਤੀਬ ਅਤੇ ਮਰਿਆਦਾ ਬੰਨ੍ਹ ਦਿੱਤੀ ਕਿ ਸਾਰੇ ਕੰਮ ਆਪਣੇ ਆਪ ਅਤੇ ਸਮੇਂ ਸਿਰ ਹੋਣ ਲੱਗੇ। ਸੰਗਤ ਦੀ ਨੀ। ਸੁਲਤਾਨਪੁਰ ਵਿੱਚ ਗੁਰੂ ਨਾਨਕ ਦੇਵ ਜੀ ਦੀ ਨਿਤ ਕਿਰਿਆ ਬਾਰੇ ਲਿਖਿਆ ਮਿਲਦਾ ਹੈ ਕਿ ਗੁਰੂ ਨਾਨਕ ਦੇਵ ਜੀ ਪਿਛਲ ਰਾਤ ਜਾਗਦੇ ਅਤੇ ਇਸ਼ਨਾਨ ਕਰਨ ਲਈ ਵੇਈ ਚਲੇ ਜਾਂਦੇ। ਇਸ਼ਨਾਨ ਕਰਕੇ ਵੇਈ ਕਿਨਾਰੇ ਹੀ ਪਹਿਲਾਂ
ਕੁਝ ਚਿਰ ਉਸ ਦੀ ਯਾਦ ਵਿੱਚ ਜੁੜਦੇ ਅਤੇ ਫਿਰ ਕੀਰਤਨ ਕਰਦੇ। ਭਾਈ ਮਰਦਾਨਾ ਜੀ ਨਾਲ ਹੀ ਹੁੰਦੇ। ਵਹੀ ਕਿਨਾਰੇ ਹੀ ਸੰਗਤ ਜੁੜਨ ਲੱਗ ਪਈ। ਸਵੇਰੇ ਹੀ ਪ੍ਰਸ਼ਾਦਾ ਛਕ ਕੇ ਗੁਰੂ ਨਾਨਕ ਦੇਵ ਜੀ ਤੜਕਸਾਰ ਦਰਬਾਰ ਲੱਗਣ ਤੋਂ ਪਹਿਲਾਂ ਹੀ ਪੁੱਜ ਜਾਂਦੇ ਅਤੇ ਕਿਸੇ ਦਾ ਵੀ ਰਾਜ ਦਰਬਾਰ ਤੱਕ ਕੋਈ ਕੰਮ ਹੋਏ ਸਿੱਧ ਕਰ ਦਿੰਦੇ। ਸਾਰਿਆਂ ਦਾ ਕਾਜ ਸਰ ਜਾਂਦਾ। ਹਰ ਇੱਕ ਦੀ ਫਰਿਆਦ ਸੁਣੀ ਜਾਂਦੀ। ਦੌਲਤ ਖਾਂ ਵੀ ਉਸ 'ਤੇ ਹੀ ਮੋਹਰ ਲਗਾ ਦਿੰਦਾ ਜਿਸ 'ਤੇ ਬਾਬਾ ਜੀ ਕਹਿੰਦੇ। ਦਰਬਾਰ ਵਿੱਚ ਕਿਸੇ ਦਾ ਕੰਮ ਅੜਿਆ ਨਾ ਰਿਹਾ। ਭੂਮੀਏ, ਚੌਧਰੀ, ਕਾਨੂੰਗੋ, ਕਰੋੜੀਏ, ਗਰੀਬ ਰਿਆ ਅਤੇ ਹੋਰ ਸਭ ਗੁਰੂ ਨਾਨਕ ਜੀ ਦੀ ਸੂਝ 'ਤੇ ਹੈਰਾਨ ਹੁੰਦੇ। ਸੱਚੀ ਗੱਲ ਤਾਂ ਇਹ ਹੈ ਕਿ ਹਰ ਕਿਸੇ ਦੀ ਜ਼ੁਬਾਨ 'ਤੇ ਇਹ ਹੀ ਸੀ, ਹੇ ਪਰਮੇਸ਼ਰ ਨਾਨਕ, ਜਾਂ ਕਾ ਤੂੰ ਭਲਾ ਕਰ। ਇਸ ਕਾਰਨ ਨਾ ਰਇਤ, ਨਾ ਚੌਧਰੀ, ਨਾ ਕਾਨੂੰਗੋ, ਨਾ ਸਿਕਦਾਰ ਝਗੜਦਾ ਹੈ, ਨਾ ਕਿਸੇ ਨੂੰ ਬੰਦੀਖਾਨਾ ਮਿਲਦਾ ਹੈ, ਨਾ ਕੋਈ ਤਨੀਂਦਾ ਹੈ। ਧੰਨ ਹੈ ਨਾਨਕ ਜਿਸ ਦੇ ਆਵਣ ਕਰ ਸਭ ਸੁੱਖ ਹੋਇਆ ਹੈ। ਲੋਕਾਂ ਬਹੁਤ ਸੁੱਖ ਪਾਇਆ ਹੈ। ਦੌਲਤ ਖਾਂ ਤਾਂ ਗੁਰੂ ਜੀ ਦਾ ਮੁਰੀਦ ਹੀ ਬਣ ਗਿਆ। ਇਹ ਹੀ ਕਾਰਨ ਹੈ ਕਿ ਭਾਈ ਗੁਰਦਾਸ ਜੀ ਨੇ ਦੌਲਤ ਖਾਂ ਦਾ ਨਾਂ ਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਦੀ ਸੂਚੀ ਵਿੱਚ ਲਿਖਿਆ ਹੈ। ਭਾਈ ਸਾਹਿਬ ਦੇ ਸ਼ਬਦ ਹਨ, ਦੌਲਤ ਖਾਂ ਲੋਧੀ ਭਲਾ ਹੋਏ ਜਿੰਦ ਪੀਰ ਅਬਿਨਾਸੀ। ਮੈਕਾਲਫ ਦੇ ਕਹਿਣ ਅਨੁਸਾਰ ਦੇਸ਼ ਵਿੱਚ ਧੁੰਮ ਪੈ ਗਈ। ਰਾਤ ਦਿਨ ਬਾਬੇ ਪਾਸ ਮੇਲਾ ਅਤੇ ਲੰਗਰ ਲੱਗਾ ਰਹੇ। ਮੜੀ ਮਸਾਣੀ ਮੂਰਤੀ ਮੰਨਣ ਤੋਂ ਹਟਾ ਕੇ ਲੋਕਾਂ ਨੂੰ ਪਰਮੇਸ਼ਰ ਵੱਲ ਪ੍ਰੇਰਦੇ। ਭੇਖਾਂ ਦੀ ਨਿਖੇਧੀ ਕਰਦੇ। ਦਿਹਾੜੀ ਰਸਦਾਂ ਸੰਭਾਲਦੇ। ਰਕਮਾਂ ਇਕੱਠੀਆਂ ਕਰਦੇ ਅਤੇ ਹਿਸਾਬ ਕਰਕੇ ਵਾਪਸ ਘਰ ਮੁੜਦੇ। ਰੋਜ਼ ਪਰਚਾ ਲਿਖ ਕੇ ਪਹੁੰਚਾ ਦਿੰਦੇ। ਸ਼ਾਮ ਨੂੰ ਸੌਦਰ ਪਿੱਛੋਂ ਪ੍ਰਸ਼ਾਦਾ ਛਕਦੇ ਅਤੇ ਰਾਤ ਨੂੰ ਫਿਰ ਕੀਰਤਨ ਤੇ ਸੋਹਲਾ ਪੜ੍ਹ ਕੇ ਸੌਂ ਜਾਂਦੇ। ਸ਼ਾਮ ਨੂੰ ਕਈ ਫਕੀਰ ਅਤੇ ਦਰਵੇਸ਼ ਉਹਨਾਂ ਦੇ ਪਾਸ ਆ ਜਾਂਦੇ ਅਤੇ ਉੱਥੇ ਹੀ ਲੰਗਰ ਪਾਉਂਦੇ। ਪੁਰਾਤਨ ਜਨਮ ਸਾਖੀ ਦੇ ਲਿਖਣ ਮੁਤਾਬਕ ਅਰ ਜੋ ਕਿਛ ਅਲੂਫਾ ਗੁਰੂ ਨਾਨਕ ਜੋਗ ਮਿਲੇ ਸੋ ਖਾਵੇ, ਹੋਰ ਪਰਮੇਸ਼ਰ ਕੇ ਅਰਥ ਦੇਵੇ ਅਤੇ ਨਿਤਾ ਪਰਤ ਰਾਹ ਕਿਉ ਕੀਰਤਨ ਹੋਵੇ। ਇਸ ਸੋਭਾ ਹੁੰਦੀ ਵਿੱਚ ਵੀ ਗੁਰੂ ਨਾਨਕ ਦੇਵ ਜੀ ਕਿਸੇ ਪਲ ਪ੍ਰਭੂ ਦਾ ਨਾਂ ਨਹੀਂ ਸਨ ਭੁੱਲਦੇ। ਉਹਨਾਂ ਦੇ ਮੁਖ 'ਤੇ ਤੇਰਾ ਤੇਰਾ ਹੀ ਰਹਿੰਦਾ ਸੀ। ਕਈ ਵਾਰ ਵਜਦ ਵਿੱਚ ਆ ਕੇ ਨਿਰੰਕਾਰ ਕਰਤਾਰ ਨਾਨਕ ਬੰਦਾ ਤੇਰਾਂ ਦੀ ਧੁਨੀ ਵੀ ਲਗਾ ਦਿੰਦੇ। ਇੱਕ ਪਾਸੇ ਪੂਰਨ ਹਿਸਾਬ, ਦੂਜੇ ਪਾਸੇ ਤੇਰਾ ਤੇਰਾ ਦੀ ਧੁਨੀ ਕਈਆਂ ਨੂੰ ਹੈਰਾਨ ਕਰਦੀ ਸੀ। ਕਈ ਵਾਰੀ ਆਪੂ ਧਾਰਨਾ ਤੋਲਦੇ ਫਰਮਾਉਂਦੇ, ਅਸੀਂ ਠੂੰਗਾ ਕਿਉਂ ਮਾਰੀਏ, ਆਪਣੀ ਆਤਮਾ 'ਤੇ ਵੱਟੇ ਪੱਥਰ ਬਣਾ ਕੇ ਆਤਮਾ ਨੂੰ ਡੋਬ ਦਿੰਦੇ ਹਨ। ਪਾਸਕੂ ਕਿਉਂ ਰੱਖੀਏ, ਇਖਲਾਕ ਵਿੱਚ ਕਾਣੋ ਪੈ ਜਾਂਦੀ ਹੈ। ਕਣਕ ਉਸਦੀ ਹੈ, ਅਸੀਂ ਕਿਉਂ ਗਿਣਤੀਆਂ ਕਰੀਏ, ਸ਼ੱਕਰ ਉਸਦੀ ਹੈ, ਸ਼ੱਕਰ ਤੋਲਦੇ ਕਿਉਂ ਕੌੜਾ ਬੋਲੀਏ। ਘਾਟਾ ਪੈਂਦਾ ਹੈ ਉਸ ਨਾਲੋਂ ਟੁੱਟ ਜਾਣ ਵਿੱਚ ਅਤੇ ਵਾਧਾ ਹੁੰਦਾ ਹੈ ਉਸ ਨਾਲ ਜੁੜਨ ਵਿੱਚ। ਉਸ ਦੀਆਂ ਦਾਤਾਂ ਨਹੀਂ ਨਿਖੁੱਟਦੀਆਂ, ਖਾਣ ਵਾਲੇ ਮੁੱਕ ਜਾਂਦੇ ਹਨ। ਪਰਉਪਕਾਰ ਕਈਆਂ ਦੀਆਂ ਲੋੜਾਂ ਵੀ ਪੂਰੀਆਂ ਕਰਦੇ। ਕਿਸੇ ਥੁੜੇ ਹੋਏ ਦੇ ਬੱਚੇ ਦੀ ਸ਼ਾਦੀ ਹੋਵੇ ਤਾਂ ਆਪ ਵਿੱਚ ਪੈ ਕੇ ਸਾਰਾ ਕਾਰਜ ਕਰਵਾਉਂਦੇ। ਜਿਹੜੀ ਵਸਤੂ ਦੀ ਲੋੜ ਪੈਂਦੀ ਨਗਰੋਂ ਪੂਰੀ ਕਰਦੇ ਜਾਂ ਲਾਹੌਰ ਤੋਂ ਮੰਗਵਾ ਕੇ ਦਿੰਦੇ। ਮੁਨਸ਼ੀ ਸੋਹਣ ਲਾਲ ਸੂਰੀ ਨੇ ਇਸੇ ਸੰਬੰਧ ਵਿੱਚ ਲਿਖਿਆ ਹੈ ਕਿ ਆਪ ਪਾਸ ਜੋ ਵੀ ਫਕੀਰ, ਗਰੀਬ ਗੁਰਬਾ, ਮਸਕੀਨ, ਨਿਤਾਣਾ ਅਤੇ ਮੁਥਾਜ ਆਉਂਦਾ, ਆਪ ਉਸਨੂੰ ਰੋਟੀ ਪਾਣੀ ਅਤੇ ਵਸਤੂ ਆਦਿ ਦੇ ਕੇ ਬਹੁਤ ਸੇਵਾ ਕਰਦੇ। ਕੁਝ ਲੋਕਾਂ ਨੂੰ ਗੁਰੂ ਸਾਹਿਬ ਦੀ ਮਹਾਨਤਾ ਦਾ ਕੋਈ ਗਿਆਨ ਨਹੀਂ ਸੀ। ਉਹਨਾਂ ਗੁਰੂ ਵਿਰੁੱਧ ਚੁਗਲੀਆਂ ਵੀ ਕਰਨੀਆਂ, ਪਰ ਹਿਸਾਬ ਕਰਨ 'ਤੇ ਹਰ ਵਾਰੀ ਗੁਰੂ ਸਾਹਿਬ ਦਾ ਰੁਪਇਆ ਨਵਾਬ ਦੇ ਜਿੰਮੇ ਹੀ ਨਿਕਲਦਾ। ਮਹਿਮਾ ਪ੍ਰਕਾਸ਼ ਦੇ ਸ਼ਬਦਾਂ ਵਿੱਚ, ਦੌਲਤ ਖਾਂ ਤਬ ਬੁਝਿਆ ਨਾਨਕ ਹੈ ਬੜ ਸਾਧ, ਜਿਉਂ ਜਿਉਂ ਖਰਚੇ ਤਿਉਂ ਬਢੋ, ਸੰਤਨ ਮਤਾ ਅਗਾਧ। ਤਬ ਕਿਹਾ ਖਾਨ ਮੋਸੋ ਭਈ ਭੂਲ, ਨਾਨਕਾ ਤੂੰ ਬਰਕਤ ਕਾ ਮੂਲ। ਮਲਸੀਹਾ ਦੇ ਚੌਧਰੀ ਭਾਈ ਭਗੀਰਥ ਨੇ
ਗੁਰੂ ਜੀ ਦੀ ਨਿੱਤ ਦੀ ਕਾਰ ਦੇਖ ਕੇ ਕਾਲੀ ਦੀ ਪੂਜਾ ਛੱਡ ਦਿੱਤੀ ਅਤੇ ਸੇਵਾ ਵਿੱਚ ਜੁਟ ਗਿਆ। ਭਾਈ ਗੁਰਦਾਸ ਜੀ ਨੇ ਉਸ ਦੀ ਕਾਲੀ ਦੀ ਪੂਜਾ ਤੋਂ ਹਟ ਕੇ ਗੁਰੂ ਸ਼ਰਨ ਲੈਣ ਦਾ ਖਾਸ ਜ਼ਿਕਰ ਕੀਤਾ ਹੈ ਕਿ ਉਹ ਭਗੀਰਥ ਜੋ ਕਾਲੀ ਪੂਜ ਸੀ ਸਿਫਤ ਸਲਾਹ ਵਿੱਚ ਜੁੜ ਗਿਆ। ਮਲਸੀਹਾ ਵਿੱਚ ਆਖੀਏ ਭਗੀਰਥ ਕਾਲੀ ਗੁਣ ਗਾਵੇ। ਭਾਈ ਭਗੀਰਥ ਭਾਈ ਮਣੀ ਸਿੰਘ ਜੀ ਲਿਖਦੇ ਹਨ ਕਿ ਭਗੀਰਥ ਨੇ ਕਾਲੀ ਨੂੰ ਗੁਰੂ ਨਾਨਕ ਦੇ ਵਿਹੜੇ ਝਾੜੂ ਦਿੰਦਿਆਂ ਤੱਕਿਆ ਸੀ। ਪੁੱਛਣ ਤੇ ਕਾਲੀ ਨੇ ਕਿਹਾ ਸੀ, ਭਗੀਰਥਾ ਹੈਰਾਨ ਨਾ ਹੋਵੋ, ਮੈਂ ਹੀ ਕਾਲੀ ਹਾਂ। ਸੇਵਾ ਕਰਦੀ ਹਾਂ ਤਾਂ ਮੇਰੇ ਮਨ ਵਿੱਚ ਸ਼ਕਤੀ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਨੇ ਸੋਝੀ ਦਿੱਤੀ ਕਿ ਲੋਕ ਸੇਵਾ ਹੀ ਸ਼ਕਤੀ ਦਿੰਦੀ ਹੈ। ਭਲੇ ਪੁਰਸ਼ਾਂ ਦੀ ਸੰਗਤ ਹੀ ਦੀਦਾਰ ਹੈ। ਸੰਗਤ ਕਰ ਵਾਹਿਗੁਰੂ ਦੇ ਗੁਣ ਗਾਣੇ ਹੀ ਅਸਲ ਦੀਦਾਰ ਹੈ। ਭਗੀਰਥ ਜੀ ਸਤ ਸੰਗ ਕਰਨ ਲੱਗੇ। ਉਹ ਅੰਮ੍ਰਿਤ ਵੇਲੇ ਜਾਗਦੇ, ਵੇਈ ਇਸ਼ਨਾਨ ਕਰਨ ਵੀ ਨਾਲ ਹੀ ਜਾਂਦੇ, ਦਿਨ ਰਾਤ ਅਭਿਆਸ ਕਰਨ ਅਤੇ ਸਾਰਾ ਦਿਨ ਸੰਤ ਸੇਵਾ ਵਿੱਚ ਬਿਤਾਉਣ ਲੱਗੇ। ਸੂਰਜ ਪ੍ਰਕਾਸ਼ ਦੇ ਸ਼ਬਦਾਂ ਵਿੱਚ ਰਹਿਤ ਭਈਓ ਦਰਸ਼ਨ ਨਿਤ ਕਰਹੀ, ਚਰਨ ਪਖਾਰ ਹਰਖ ਉਰ ਧਰਹੀ, ਜਿਉ ਕਰੁਣਾ ਨਿਧ ਦੇਹ ਰਜਾਏ, ਤੈਸੇ ਕਰੇ ਸਦਾ ਮਨ ਭਾਏ। ਭਾਈ ਗੁਰਦਾਸ ਜੀ ਨੇ ਇਸੇ ਲਈ ਲਿਖਿਆ ਹੈ ਕਿ ਹੁਣ ਭਗੀਰਥ ਸਿਵਾਏ ਪ੍ਰਭੂ ਦੇ ਗੁਣ ਗਾਇਨ ਤੋਂ ਹੋਰ ਕਰਮ ਪੂਜਾ ਪਾਠ ਨਹੀਂ ਕਰਦਾ। ਭਾਈ ਮਨਸੁਖ ਇਸੇ ਭਾਈ ਭਗੀਰਥ ਨੂੰ ਗੁਰੂ ਨਾਨਕ ਦੇਵ ਜੀ ਲਾਹੌਰ ਜਾਂ ਹੋਰ ਮੰਡੀਆਂ ਵਿੱਚ ਸੌਦਾ ਲੱਤਾ ਲੈਣ ਲਈ ਭੇਜਿਆ ਕਰਦੇ ਸਨ। ਇੱਕ ਵਾਰੀ ਜਦ ਇੱਕ ਗਰੀਬ ਖੱਤਰੀ ਦੀ ਲੜਕੀ ਦੀ ਸ਼ਾਦੀ ਬਹੁਤ ਨੇੜੇ ਆ ਗਈ ਤਾਂ ਉਸ ਦੇ ਸਾਰੇ ਦਾਜ ਦਿਉਣ ਲਈ ਗੁਰੂ ਜੀ ਨੇ ਭਗੀਰਥ ਨੂੰ ਹੀ ਲਾਹੌਰ ਭੇਜਿਆ ਸੀ। ਉੱਥੇ ਭਾਈ ਭਗੀਰਥ ਜੀ ਦੀ ਨਿਰਾਲੀ ਰਹਿਣੀ ਅਤੇ ਪਖੰਡ ਰਹਿਤ ਪੂਜਾ ਦੇਖ ਕੇ ਭਾਈ ਮਨਸੁਖ ਬਹੁਤ ਹੀ ਪ੍ਰਭਾਵਿਤ ਹੋਇਆ। ਐਸਾ ਪ੍ਰਭਾਵ ਪਿਆ ਕਿ ਉਹ ਆਪਣੀ ਲੜਕੀ ਲਈ ਤਿਆਰ ਚੂੜਾ ਲੈ ਕੇ ਗੁਰੂ ਜੀ ਪਾਸ ਪੁੱਜਾ ਅਤੇ ਲੋੜਵੰਦ ਦੀ ਲੋੜ ਪੂਰੀ ਕੀਤੀ। ਗੁਰੂ ਨਾਨਕ ਜੀ ਨੇ ਭਾਈ ਮਨਸੁਖ ਨੂੰ ਦੂਰ ਵਪਾਰ ਕਰਨ ਦੀ ਪ੍ਰੇਰਨਾ ਦਿੱਤੀ ਅਤੇ ਫਰਮਾਇਆ, ਮਨ ਦਾ ਸੁੱਖ ਹੈ ਮਮਤਾ ਗਵਾਏ। ਭਾਈ ਮਨਸੁਖ ਦੇ ਪਵਿੱਤਰ ਵਿਹਾਰ ਸਦਕਾ ਨਾਨਕ ਨਾਮ ਲੰਕਾ ਦੇ ਟਾਪੂਆਂ ਤੱਕ ਪੁੱਜਾ। ਗੁਰੂ ਨਾਨਕ ਦੇਵ ਜੀ ਨੇ ਭਾਈ ਮਨਸੁਖ ਨੂੰ 3 ਗੱਲਾਂ ਪੱਲੇ ਬੰਨ੍ਹਣ ਲਈ ਕਹੀਆਂ ਸਨ। ਨਾਮ ਵਿੱਚ ਲਿਵ ਲਾਵਣੀ, ਹਿਉਮੈ ਜਿੱਤਣੀ ਅਤੇ ਭਾਣੇ ਵਿੱਚ ਸੁੱਖ ਮਨਾਉਣਾ। ਜਦ ਲੰਕਾ ਵਿੱਚ ਭਾਈ ਮਨਸੁਖ ਵਿਰੁੱਧ ਸ਼ਿਕਾਇਤਾਂ ਹੋਈਆਂ ਕਿ ਇਹ ਰਾਜ ਧਰਮ ਅਤੇ ਬ੍ਰਹਮ ਧਰਮ ਨਹੀਂ ਅਪਣਾਉਂਦਾ ਤਾਂ ਆਪ ਜੀ ਨੇ ਭਰੇ ਦਰਬਾਰ ਕਿਹਾ ਸੀ, ਜੋ ਪਿਛਲ ਰਾਤ ਉੱਠਤੇ हैं, नाम जपते हैं, यथा शक्त दान करते हैं, तिनको अनेक गायत्री के पाठ का फल है। ਕਿਰਤ ਅਤੇ ਕੀਰਤੀ। ਦੌਲਤ ਖਾਂ ਨੇ ਇੱਕ ਵਾਰੀ ਜੈ ਰਾਮ ਜੀ ਨੂੰ ਕਿਹਾ, ਜੈ ਰਾਮ, ਜੈਸਾ ਤੂੰ ਕਹਿਤਾ ਥਾ ਤਿਸਤੀ ਭੀ ਬਲਕਿ ਜਾਜਤ ਹੈ। ਕਈ ਵਾਰ ਪਾਤਸ਼ਾਹ ਇਹ ਵੀ ਸੋਚਦੇ, ਇਹ ਪਰਮੇਸ਼ਰ, ਮੇਰਾ ਮਨ ਇਸ ਗੱਲ ਵਿੱਚ ਨਹੀਂ। ਇਹ ਗੱਲ ਅਚਾਨਕ ਮੇਰੇ ਗੱਲ ਪਈ। ਮੇਰਾ ਧਿਆਨ ਕਿਥਾਉਂ ਹੋਰ ਹੈ, ਇਹ ਗੱਲ ਕਿਛ ਹੋਰ। ਕਈ ਵਾਰ ਚੁੱਪ ਕਰ ਜਾਂਦੇ ਪਰ ਫਿਰ ਆਖਦੇ, ਮਾਇਆ ਵਿੱਚ ਰਹਿ ਕੇ ਮਾਇਆ ਤੋਂ ਉੱਚਾ ਰਹਿਣਾ ਹੀ ਠੀਕ ਹੈ। माया भी परमेश्वर की और राज भी परमेश्वर का, पाठ भी परमेश्वर का, रैयत भी परमेश्वर की, बुरा भी परमेश्वर का, भला भी परमेश्वर का। ये जो चाकरी है सी भी परमेश्वर की कर जान। जे एक दौलत खां दी टहल है कि परमेश्वर की टहल है। एव कह कर तू चाकरी कर, शकल मैं परमेश्वर ही कह जान। किरत नाल कीर्ति किवें जोड़ रखी हुई सी, उस दी एक उदाहरण जन्म साखी वालियां दिती है।
ਇੱਕ ਵਾਰੀ ਹਿਸਾਬ ਲੇਖਾ ਜੋਖਾ ਕਰਦੇ ਬਹੁਤ ਰਾਤ ਗੁਜ਼ਰ ਗਈ। ਸੌਦਰ ਅਤੇ ਸੁਹੇਲਾ ਦਾ ਸਮਾਂ ਵੀ ਗੁਜ਼ਰ ਗਿਆ ਅਤੇ ਆਪ ਜੀ ਨੇ ਬਹੁਤ ਹੀ ਮਹਿਸੂਸ ਕੀਤਾ ਕਿ ਸਤਸੰਗੀਆਂ ਨੂੰ ਕਹਿਣ ਲੱਗ ਪਏ, ਮੇਰਾ ਸਿਰ ਕਿਆ ਹੋਵੇਗਾ। ਇੱਕ ਦਿਨ ਨੇਮ ਵਿੱਚ ਰਤਾ ਕੁ ਵਿਘਨ ਪੈਣ ਤੇ ਇਹ ਬਚਨ ਕਹਿਣੇ ਉਹਨਾਂ ਦਾ ਆਖਾ ਜੀਵਾਂ ਵਿਸਰੇ ਮਰ ਜਾਉਂ ਵਾਲਾ ਸੁਭਾਅ ਹੀ ਦਰਸਾਉਂਦਾ ਹੈ। ਜਦ ਤੱਕ ਸੌਦਰ ਕੀਰਤਨ ਨਾ ਕਰ ਲਿਆ, ਪ੍ਰਸ਼ਾਦ ਨਾ ਛਕਿਆ। ਜਦ ਕਿਸੇ ਪੁੱਛਿਆ ਕਿ ਨੇਮ ਦੇ ਅੱਗੇ ਜਾਂ ਪਿੱਛੇ ਹੋਣ ਨਾਲ ਕਿਉਂ ਤੁਸਾਂ ਇੰਨਾ ਮਹਿਸੂਸ ਕੀਤਾ, ਤਾਂ ਆਪ ਜੀ ਨੇ ਪ੍ਰਾਣੀ ਮਾਤਰ ਨੂੰ ਉਪਦੇਸ਼ ਹਿਤ ਫਰਮਾਇਆ, ਤਨ ਮਨ ਧਨ ਦੇ ਲਾਲਚ ਵਿੱਚ ਪਰਮੇਸ਼ਵਰ ਕਾ ਨਾਂ ਵਿਸਰ ਗਿਆ ਤਾਂ ਕਿਆ ਕਰਨਾ ਹੈ ਇਹ ਧਨ, ਕਿਆ ਕਰਨਾ ਹੈ ਧਨ, ਕਿਆ ਕਰਨਾ ਹੈ ਰਾਜ ਸੁਖ ਸੰਪੋ। ਜਿਨੀ ਪਰਮੇਸ਼ਰ ਵਿਸਾਰਿਆ। ਗੁਰੂ ਨਾਨਕ ਦੇਵ ਜੀ ਨੇ ਉੱਥੇ ਹੀ ਸਭ ਨੂੰ ਸੋਝੀ ਦਿੱਤੀ ਕਿ ਦੁਨੀਆ ਮਾਇਆ ਮਾਇਆ ਕਰਦੀ ਹੈ। ਮਾਇਆ ਤਾਂ ਕਿਸੀ ਪਾਸ ਹੈ ਨਹੀਂ, ਇਹ ਸਭ ਮਾਇਆ ਕੀ ਛਾਇਆ ਹੈ। ਮਨੁੱਖ ਨੂੰ ਮਾਇਆ ਨਹੀਂ ਹਿਰਸ ਮਾਰਦੀ ਹੈ। ਗੁਰੂ ਨਾਨਕ ਦੇਵ ਜੀ ਜਦ ਐਸੇ ਬਚਨ ਕਰ ਰਹੇ ਸਨ ਤਾਂ ਆਵਾਜ਼ ਆਈ, ਨਾਨਕ ਤੂੰ ਮੇਰਾ ਹੈ। ਜਦ ਸਾਰੇ ਪੁੱਛਣ ਕਿ ਕੰਮ ਕੀ ਭਲਾ ਹੈ ਤਾਂ ਆਪ ਜੀ ਫਰਮਾਉਂਦੇ, ਖੁਦਾਏ ਕਾ ਕਾਮ ਭਲਾ ਹੈ। ਜਿਸ ਮਹਿ ਸਾਹਿਬ ਹੈ ਸਾਈਂ ਕਾਰ ਕਰੇ, ਹੋਰ ਕਾਈ ਨਾ ਕਰੇ। ਸਫਲਤਾ ਉਸੇ ਨੂੰ ਮਿਲਦੀ ਹੈ ਜੋ ਆਪ ਨੂੰ ਰੱਦ ਕਰਦਾ ਹੈ, ਹੋਰਨਾਂ ਨੂੰ ਭਲਾ ਜਾਣਦਾ ਹੈ ਅਤੇ ਨਿਸ਼ਚਾ ਕਰ ਲੈਂਦਾ ਹੈ ਕਿ ਮੇਰੇ ਤੋਂ ਸਭ ਕੋਈ ਚੰਗੇ ਹਨ, ਹਉ ਹੀ ਕਿਛ ਨਾਹੀਂ। ਪਿਤਾ ਕਾਲੂ ਜੀ ਦਾ ਆਉਣਾ। ਗੁਰੂ ਨਾਨਕ ਦੇਵ ਜੀ ਦੀ ਸੋਭਾ ਸੁਣ ਕੇ ਪਿਤਾ ਜੀ ਆਏ ਅਤੇ ਆਉਂਦਿਆਂ ਹੀ ਉਹਨਾਂ ਪੁੱਛਿਆ ਕਿ ਕੁਝ ਜੋੜਿਆ ਵੀ ਹੈ ਕਿ ਨਹੀਂ। ਗੁਰੂ ਨਾਨਕ ਦੇਵ ਜੀ ਨੇ ਕਿਹਾ, ਪਿਤਾ ਜੀ, ਮਾਇਆ ਹੱਥ ਵਿੱਚ ਨਹੀਂ ਠਹਿਰਦੀ, ਇੱਧਰ ਤੋਂ ਆਉਂਦੀ ਹੈ ਉੱਧਰ ਚਲੀ ਜਾਂਦੀ ਹੈ। ਨਹੀਂ ਹਾਥ ਕੇ ਆਥ ਕਰੇ ਥਿਰਤਾ, ਇਤ ਆਵਤ ਹੈ ਉਤ ਹੂੰ ਚਲ ਜਾਈਂ। ਤੇਰਾ ਇਸ ਤਰ੍ਹਾਂ 4.5 ਸਾਲ ਲੰਘ ਗਏ। ਅਹਿਮਦ ਸ਼ਾਹ ਬਟਾਲਵੀ ਦੇ ਕਹਿਣ ਅਨੁਸਾਰ ਜਦ ਵੀ 13 ਦੇ ਹਿੰਦਸੇ ਤੇ ਅਪੜਦੇ ਤਾਂ ਲਗਾਤਾਰ 13 ਕਹੀ ਜਾਂਦੇ ਅਤੇ ਲੋਕਾਂ ਦੀ ਝੋਲੀ ਵਿੱਚ ਆਟਾ ਪਾਈ ਜਾਂਦੇ। ਇਹ ਮਾਰਫਤ ਦੀ ਇੱਕ ਰਮਜ ਸੀ, ਜਿਸ ਦਾ ਭਾਵ ਸੀ ਕਿ ਵਾਹਿਗੁਰੂ ਮੈਂ ਤੇਰਾ ਹਾਂ। ਕਨ੍ਹਈਆ ਲਾਲ ਲਿਖਦਾ ਹੈ ਕਿ ਉਹਨਾਂ ਸਾਲਾਂ ਵਿੱਚ ਫਕੀਰਾਂ, ਦਰਵੇਸ਼ਾਂ ਅਤੇ ਸੰਤਾਂ ਭਗਤਾਂ ਦੀ ਇੱਕ ਸੰਗਤ ਜਿਹੀ ਬਣ ਗਈ। ਦੋਖੀ ਤਾਂ ਮੌਕੇ ਦੀ ਤਾੜ ਵਿੱਚ ਸਨ ਕਿ ਗੁਰੂ ਨਾਨਕ ਦੇਵ ਜੀ ਨੂੰ ਮੋਦੀਖਾਨੇ ਤੋਂ ਕਿਸੇ ਤਰ੍ਹਾਂ ਹਟਾਇਆ ਜਾਏ। ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਕਿ ਇਸ ਤੋਂ ਪਹਿਲਾਂ ਕਈ ਵਾਰ ਸ਼ਿਕਾਇਤਾਂ ਹੋ ਚੁੱਕੀਆਂ ਸਨ, ਕਦੀ ਹਿਸਾਬ ਵਿੱਚ ਘਾਟਾ ਹੀ ਨਹੀਂ ਸੀ ਨਿਕਲਦਾ। ਨਵਾਬ ਨੇ ਸ਼ਿਕਾਇਤਾਂ ਸੁਣਨੀਆਂ ਬੰਦ ਕਰ ਦਿੱਤੀਆਂ, ਪਰ ਐਸਾ ਸਮਾਂ ਆ ਗਿਆ ਜਦ ਤਾਰੀਖ-ਏ-ਪੰਜਾਬ ਦੀ ਲਿਖਤ ਅਨੁਸਾਰ ਇੱਕ ਦਿਨ ਗੁਰੂ ਜੀ ਰਸਦ ਤੋਲ ਰਹੇ ਸਨ ਕਿ ਜਦ ਤੋਲ 13 ਤੇ ਆਇਆ ਤਾਂ ਗੁਰੂ ਜੀ ਰੱਬੀ ਚਾਉ ਅਤੇ ਪ੍ਰੀਤੀ ਵਿੱਚ ਇੰਨੇ ਮਸਤ ਹੋ ਗਏ, 13 ਹੀ ਕਹਿੰਦੇ ਗਏ ਅਤੇ ਮੋਦੀਖਾਨੇ ਵਿੱਚ ਪਿਆ ਸੈਂਕੜੇ ਮਣ ਅਨਾਜ ਲੁਟਾ ਦਿੱਤਾ। ਜਦ ਇਹ ਖਬਰ ਨਵਾਬ ਨੂੰ ਮਿਲੀ ਤਾਂ ਹਿਸਾਬ ਕਰਨ ਦਾ ਹੁਕਮ ਦਿੱਤਾ ਗਿਆ। ਬਖਤ ਮੱਲ ਨੇ ਖਾਲਿਸਾਨਾਮਾ ਵਿੱਚ ਇਸੇ ਭਾਵ ਦੀ ਵਾਰਤਾ ਲਿਖੀ ਹੈ ਕਿ ਗੁਰੂ ਜੀ ਇੱਕ ਦਿਨ ਮੋਦੀਖਾਨਾ ਬੈਠੇ ਕਾਰ ਪਏ ਕਰਦੇ ਸਨ ਕਿ ਇੱਕ ਆਵਾਜ਼ ਜਿਹੀ ਆਈ, ਤੂੰ ਕਿਸ ਕਾਰੇ ਲੱਗਾ ਹੋਇਆ ਹੈ, ਮੈਂ ਤਾਂ ਤੈਨੂੰ ਆਤਮਿਕ ਰਾਜ ਪ੍ਰਦਾਨ ਕਰ ਚੁੱਕਾ ਹਾਂ। ਗੁਰੂ ਨਾਨਕ ਦੇਵ ਜੀ ਨੇ ਜਿਵੇਂ ਹੀ ਉਤਾਂਹ ਡਿੱਠਾ, ਮਾਰਫਤ ਦੇ ਰੰਗ ਰੰਗੇ ਗਏ, ਅਸਲੀ ਮਸਤੀ ਛਾ ਗਈ। ਮੋਦੀਖਾਨੇ ਦਾ ਸਾਰਾ ਸਮਾਨ ਭੁੱਖਿਆਂ ਨੰਗਿਆਂ ਦੀ ਭੇਟ ਕਰ ਸ਼ਹਿਰੋਂ ਬਾਹਰ ਨਿਕਲ ਗਏ। ਤਾਰੀਖ ਖਾਲਸਾ ਅਨੁਸਾਰ ਉਹਨਾਂ ਨੂੰ ਬੰਦੀ ਵਿੱਚ ਵੀ ਪਾਇਆ ਗਿਆ। 3 ਦਿਨ ਹਿਸਾਬ ਹੁੰਦਾ ਰਿਹਾ। ਹਿਸਾਬ ਠੀਕ ਸੀ। ਹਿਸਾਬ ਜਾਦੋ ਰਾਏ ਨਾਂ ਦੇ ਮੁਨਸ਼ੀ ਨੇ ਕੀਤਾ ਸੀ। ਜਦ ਪੜਤਾਲ ਬਾਰੇ ਨਵਾਬ ਨੇ ਪੁੱਛਿਆ ਤਾਂ ਜਾਦੋ ਰਾਏ ਕਿਹਾ, ਨਵਾਬ ਸਲਾਮਤੀ 321 ਰੁਪਏ ਨਾਨਕ ਜੀ ਜਾਫਾ ਉਠੇ ਹੈ। ਤਾਂ ਨਵਾਬ ਨੇ ਖਜ਼ਾਨਚੀ ਭਵਾਨੀ ਦਾਸ ਨੂੰ ਗੁਰੂ ਨਾਨਕ ਦੇਵ ਜੀ ਨੂੰ ਅਦਾ ਕਰਨ ਦਾ ਹੁਕਮ ਦਿੱਤਾ। ਗੁਰੂ ਜੀ ਨੇ ਸਾਰੀ ਰਕਮ
ਖੈਰਾਤ ਦੇਣ ਲਈ ਆਗਿਆ ਕੀਤੀ, ਪਰ ਨਾਲ ਹੀ ਇਹ ਬਚਨ ਕੀਤੇ, ਜਿੱਥੇ ਮਿਹਨਤ ਦੀ ਇਤਨੀ ਬੇਕਦਰੀ ਹੋਵੇ, ਸੱਚਾਈ ਤਿਆਗ ਕੇ ਸ਼ੱਕ ਅਤੇ ਕੂੜ ਦਾ ਪ੍ਰਭਾਵ ਹੋਵੇ, ਉੱਥੇ ਮੇਰੇ ਲਈ ਕੰਮ ਕਰਨਾ ਸੰਭਵ ਹੈ। ਇਹ ਤੁਕ ਵੀ ਪੜ੍ਹੀ। ਰਾਜਾ ਬਾਲਕ ਨਗਰੀ ਕਾਚੀ, ਦੁਸ਼ਟਾਂ ਨਾਲ ਪਿਆਰੋ। ਗੁਰੂ ਨਾਨਕ ਦੇਵ ਜੀ ਨੇ ਉੱਥੇ ਹੀ ਇਹ ਮਨ ਬਣਾ ਲਿਆ ਕਿ ਫਿਰ ਮੋਦੀਖਾਨਾ ਨਹੀਂ ਸੰਭਾਲਣਾ। ਜਦ ਸਵੇਰੇ ਉਹ ਇਸ਼ਨਾਨ ਕਰਨ ਲਈ ਗਏ ਤਾਂ ਮੁੜ ਕੇ ਨਾ ਆਏ। ਸ਼ਹਿਰ ਵਿੱਚ ਰੌਲਾ ਪੈ ਗਿਆ ਕਿ ਗੁਰੂ ਨਾਨਕ ਜੀ ਵੇਈ ਵਿੱਚ ਪ੍ਰਵੇਸ਼ ਤੋਂ ਬਾਅਦ ਅਲੋਪ ਹੋ ਗਏ ਹਨ ਜਾਂ ਕਿਸੇ ਦਰਿਆਈ ਜਾਨਵਰ ਨੇ ਖਾ ਲਿਆ ਹੈ। ਨਵਾਬ ਨੇ ਵੀ ਜਾਲ ਸੁਟਵਾਏ, ਸਿਰਫ ਇੱਕ ਬੇਬੇ ਨਾਨਕੀ ਹੀ ਸੀ ਜੋ ਨਹੀਂ ਡੋਲੀ। ਸਭ ਨੂੰ ਆਖਦੀ ਕਿ ਤਾਰਨ ਆਏ ਹਨ, ਉਹਨਾਂ ਨੂੰ ਜਲ ਨਹੀਂ ਡੋਬ ਸਕਦਾ। ਵਈ ਦਾ ਉਪਦੇਸ਼। 3 ਦਿਨਾਂ ਉਪਰੰਤ ਗੁਰੂ ਨਾਨਕ ਦੇਵ ਜੀ ਨੇ ਇਤਿਹਾਸਿਕ ਨਿਰਣਾ ਲੈ ਕੇ ਵੇਈ ਵੱਲੋਂ ਹੀ ਸ਼ਹਿਰ ਵੱਲ ਪ੍ਰਵੇਸ਼ ਕੀਤਾ। ਪਰਮਾਤਮਾ ਦੇ ਦਰ ਤੋਂ ਗਰੀਬੀ ਨਾਮ ਦੀ ਦਾਤ ਲੈ ਕੇ ਮੁੜੇ ਸਨ। ਪੁਰਾਤਨ ਜਨਮ ਸਾਖੀ ਦੇ ਸ਼ਬਦਾਂ ਵਿੱਚ, ਪਰਮੇਸ਼ਵਰ ਕੇ ਸੇਵਕ ਗੁਰੂ ਨਾਨਕ ਜੀ ਨੂੰ ਪਰਮਾਤਮਾ ਪਾਸ ਲੈ ਕੇ ਗਏ ਤਾਂ ਅੰਮ੍ਰਿਤ ਦਾ ਕਟੋਰਾ ਭਰ ਭਰ ਆਗਿਆ ਨਾਲ ਮਿਲਿਆ। ਹੁਕਮ ਹੋਇਆ, ਨਾਨਕਾ ਇਹ ਅੰਮ੍ਰਿਤ ਨਾਮ ਕਾ ਪਿਆਲਾ ਹੈ, ਤੂੰ ਪੀਓ। ਤਬ ਗੁਰੂ ਨਾਨਕ ਤਸਲੀਮ ਕੀਤੀ, ਪਿਆਲਾ ਪੀਤਾ। ਸਾਹਿਬ ਮਿਹਰਬਾਨ ਹੋਇਆ, ਬਚਨ ਕੀਤਾ, ਨਾਨਕਾ ਮੈਂ ਤੇਰੇ ਕੋਲ ਹਾਂ, ਮੈਂ ਤੇਰੇ ਤਾਈਂ ਨਿਹਾਲ ਕੀਆ ਹੈ। ਤੂੰ ਜਾਏ ਕਰ ਮੇਰਾ ਨਾਂ ਜਪ और लोकां थी भी जपाए, और संसार थी निर्लेप रहो। नाम दान इशनान सेवा सिमरन विच रहो। मैं तेरे ताईं अपना नाम दिया है, तू ए हाँ किरत कर। तब गुरु जी ने मत्था टेकिया अते भी तेरी कीमत ना पवे, हाऊ केवड आखा नाओ ਦੀ ਧੁਨੀ ਲਗਾਈ। ਉਧਰੋਂ ਇਹ ਧੁਨੀ ਉੱਠੀ, ਨਾਨਕ ਮੇਰਾ ਹੁਕਮ ਤੇਰੀ ਨਦਰੀ ਆਇਆ ਹੈ, ਤੂੰ ਮੇਰੇ ਹੁਕਮ ਦੀ ਸਿਫਤ ਕਰ। ਤਦ ਹੀ ਗੁਰੂ ਜੀ ਨੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਉਚਾਰਿਆ। ਉੱਥੋਂ ਹੀ ਜਪ ਮਿਲਿਆ। ਕਹਿੰਦੇ ਹਨ ਕਿ ਜਦ ਹਜ਼ਰਤ ਮੁਹੰਮਦ ਸਾਹਿਬ ਅੱਲਾ ਦੀ ਦਰਗਾਹ ਵਿੱਚ ਪੁੱਜੇ ਤਾਂ ਅੱਲਾ ਨੇ ਕਿਹਾ, ਮੁਹੰਮਦ ਮੇਰੇ ਲਈ ਕਿਆ ਲਿਆਏ? ਤਾਂ ਉਹਨਾਂ ਫਰਮਾਇਆ, ਬੰਦਗੀ। ਇਹ ਇੱਥੋਂ ਬੰਦਗੀ ਲੈ ਕੇ ਗਏ। ਗੁਰੂ ਨਾਨਕ ਜੀ ਉੱਥੋਂ ਰੱਬ ਦੀ ਦਰਗਾਹ ਤੋਂ ਜਪ ਲਿਆਏ, ਜਿਸ ਦੇ ਪੜ੍ਹਨ ਨਾਲ ਹੁਕਮ ਅਤੇ ਹੁਕਮੀ ਦੀ ਪਛਾਣ ਆਏਗੀ ਅਤੇ ਫਿਰ ਨਾ ਨਾਮ ਰਹੇਗਾ ਨਾ ਨਾਮੀ। ਇੱਕਮਿਕ ਹੋ ਜਾਏਗਾ ਸਭ ਕੁਝ। ਸੀਤੋ ਸੀਤਾ ਮਹਿਮਾ ਮਾਹੇ। ਇਹ ਹੀ ਕਾਰਨ ਹੈ ਕਿ ਜਪ ਸਾਹਿਬ ਅਤੇ ਕਿਸੇ ਇੱਕ ਗੁਰਮਹਿਲ ਦੀ ਛਾਪ ਨਹੀਂ, ਇਹ ਅੱਲਾ ਦਾ ਗੀਤ ਹੈ। ਸੱਚ ਪਛਾਣਨ ਲਈ ਸਾਨੂੰ ਗੁਰੂ ਨਾਨਕ ਜੀ ਨੇ ਦਰਗਾਹੋਂ ਲਿਆ ਕੇ ਦਿੱਤਾ ਹੈ। ਪੁਰਾਤਨ ਜਨਮ ਸਾਖੀ ਵਾਲਾ ਵਾਰਤਾ ਜਾਰੀ ਰੱਖਦੇ ਲਿਖਦਾ ਹੈ ਕਿ ਤਦ ਫੇਰ ਸੱਚ ਪੁਰਖ ਤੋਂ ਆਗਿਆ ਪਾਈ, ਹੁਕਮ ਹੋਆ, ਨਾਨਕ ਜਿਸ ਉੱਪਰ ਤੇਰੀ ਨਦਰ ਤਿਸ ਉੱਪਰ ਮੇਰੀ ਨਦਰ, ਜਿਸ ਉੱਪਰ ਤੇਰਾ ਕਰਮ ਤਿਸ ਉੱਪਰ ਮੇਰਾ ਕਰਮ। ਮੇਰਾ ਨਾਉ ਪਾਰ ਬ੍ਰਹਮ, ਤੇਰਾ ਨਾਉ ਗੁਰ ਪਰਮੇਸ਼ਰ। ਨਿਮਰਤਾ ਵਿੱਚ ਤੂੰ ਦਰਿਆਉ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਾਹਾਂ। ਗਾ ਕੇ ਗੁਰੂ ਨਾਨਕ ਵਾਪਸ ਮੁੜੇ। ਸ਼ੰਭੂਨਾਥ ਦੀ ਜਨਮ ਪੱਤਰੀ ਨੇ ਵੀ ਇਸ ਪ੍ਰਕਾਰ ਹੀ ਜ਼ਿਕਰ ਕੀਤਾ ਹੈ। ਭਾਈ ਨੰਦ ਲਾਲ ਜੀ ਨੇ ਜੰਗਨਾਮਾ ਵਿੱਚ ਇਸ ਬਖਸ਼ਿਸ਼ ਦਰੋਂ ਲੈਣ ਦੀ ਸਾਖੀ ਅਤੇ ਹੋਏ ਬਚਨਾਂ ਨੂੰ ਇਸ ਤਰ੍ਹਾਂ ਲਿਖਿਆ। ਅਕਾਲ ਪੁਰਖ ਨੇ ਬਾਬੇ ਨਾਨਕ ਨੂੰ ਦੋਹਾਂ ਜਹਾਨਾਂ ਦਾ ਮੁਰਸ਼ਦ ਦਾ ਖਿਤਾਬ ਦਿੱਤਾ ਅਤੇ ਅਨੇਕਾਂ ਬਖਸ਼ਿਸ਼ਾਂ ਨਾਲ ਨਿਵਾਜਿਆ। ਗੁਰੂ ਨਾਨਕ ਦੇਵ ਜੀ ਨੇ ਨਿਮਰਤਾ ਨਾਲ ਕਿਹਾ, ਵਾਹਿਗੁਰੂ ਮੈਂ ਤੇਰਾ ਬੰਦਾ ਹਾਂ, ਤੇਰਾ ਗੁਲਾਮ ਹਾਂ, ਤੇਰੇ ਸਾਜੇ
ਹਰ ਆਮ ਖਾਸ ਬੰਦੇ ਦੀ ਮੈਂ ਧੂੜੀ ਹਾਂ। ਵਾਹਿਗੁਰੂ ਵੱਲੋਂ ਇਹ ਬਚਨ ਕਹੇ ਗਏ, ਹੇ ਨਾਨਕ, ਮੇਰਾ ਸਰੂਪ, ਮੇਰੀ ਪੂਰਨ ਜੋਤ ਤੇਰੇ ਵਿੱਚ ਹੈ। ਮੈਂ ਆਪ ਤੇਰੇ ਵਿੱਚ ਹਾਂ, ਤੇਰੇ ਅੰਦਰ ਹੀ, ਗੈਰ ਕੋਈ ਨਹੀਂ। ਭਾਈ ਨੰਦ ਲਾਲ ਜੀ ਦੇ ਕਥਨ ਮੁਤਾਬਿਕ ਸੰਸਾਰ ਫੇਰੀ ਕਰਨ ਦੀ ਆਗਿਆ ਹੋਈ। ਇਹ ਵੀ ਬਚਨ ਹੋਏ ਜਿਸ ਨੇ ਸਿੱਧੀ, ਕਰਾਮਾਤਾਂ ਅਤੇ ਜਾਦੂ ਨੂੰ ਹੀ ਧਰਮ ਬਣਾ ਲਿਆ ਹੈ। ਉਹਨਾਂ ਨੂੰ ਸੱਚਾ ਮਾਰਗ ਦੱਸੋ ਤਾਂ ਕਿ ਉਹ ਸਿਮਰਨ ਰਾਹੀਂ ਸੱਚ ਨੂੰ ਪਾ ਸਕਣ। ਉਹਨਾਂ ਨੂੰ ਯਾਦ ਪੱਕੀ ਕਰਨ ਦਾ ਵੱਲ ਸਿਖਾਓ। ਸੰਸਾਰ ਨੂੰ ਦੁੱਖ ਸੁੱਖ ਦਾ ਅੰਤਰ ਪਤਾ ਨਹੀਂ। ਮੇਰੇ ਵੱਲੋਂ ਮੂੰਹ ਮੋੜ ਕੇ ਦੁਖੀ ਹੋ ਗਏ ਹਨ। ਇਹਨਾਂ ਦਾ ਮੂੰਹ ਇੱਧਰ ਫੇਰ ਦਿਓ। ਪ੍ਰਭੂ ਦੀ ਯਾਦ ਬਿਨਾਂ ਹੋਰ ਕੋਈ ਸਹਾਈ ਨਹੀਂ। ਚੌਥੇ ਦਿਨ ਜਦ ਗੁਰੂ ਨਾਨਕ ਦੇਵ ਜੀ ਸ਼ਹਿਰ ਵਿੱਚ ਦਾਖਲ ਹੋਏ ਤਾਂ ਖਫਣੀ ਬੰਨ੍ਹ ਕੇ ਪੁਕਾਰ ਰਹੇ ਸਨ, ਨਾ ਕੋ ਹਿੰਦੂ ਨਾ ਮੁਸਲਮਾਨ। ਇਹ ਯਾਦ ਰਹੇ ਕਿ ਸਿਕੰਦਰ ਲੋਧੀ ਨੇ, ਇਤਿਹਾਸਕਾਰ ਫਰਿਸ਼ਤਾ ਦੇ ਕਹਿਣ ਅਨੁਸਾਰ, ਇੱਕ ਬੋਧਨ ਨਾਂ ਦੇ ਬ੍ਰਾਹਮਣ ਜੋ ਲਖਨਊ ਦੇ ਨੇੜੇ ਰਹਿੰਦਾ ਸੀ, ਦਾ ਨਿਰੋਲ ਇਸ ਲਈ ਸਿਰ ਵੱਢਣ ਦਾ ਹੁਕਮ ਦਿੱਤਾ ਸੀ ਕਿ ਉਸਨੇ ਕਿਹਾ ਸੀ, ਇਸਲਾਮ ਵੀ ਚੰਗਾ ਹੈ ਅਤੇ ਹਿੰਦੂ ਧਰਮ ਵੀ ਮਾੜਾ ਨਹੀਂ। ਉਸ ਇਸਲਾਮੀ ਰਾਜ ਵਿੱਚ ਨਾ ਕੋ ਹਿੰਦੂ ਨਾ ਮੁਸਲਮਾਨ ਕਹਿਣਾ ਸਿਰ ਤਲੀ ਤੇ ਰੱਖਣਾ ਹੀ ਸੀ। ਇਸ ਲਈ ਜਨਮ ਸਾਖੀ ਵਾਲਿਆਂ ਲਿਖਿਆ ਹੈ ਕਿ ਜਦ ਉਹ ਵੇਈ ਤੋਂ ਬਾਹਰ ਆਏ ਤਾਂ ਖਫਣੀ ਪਹਿਰ ਕਰ ਨਿਕਲ ਗਿਆ। ਸੱਚੀ ਗੱਲ ਕਫਨ ਬੰਨ੍ਹ ਕੇ ਹੀ ਆਖੀ ਜਾ ਸਕਦੀ ਹੈ। ਸਾਰਾ ਸ਼ਹਿਰ ਇਸ ਇਨਕਲਾਬੀ ਬਚਨ ਬੋਲਣ ਵਾਲੇ ਦੇ ਦਰਸ਼ਨਾਂ ਨੂੰ ਟੁੱਟ ਪਿਆ। ਜਦ ਹਰ ਕੋਈ ਉਸਤਤ ਕਰਨ ਲੱਗਾ ਤਾਂ ਆਪ ਜੀ ਨੇ ਭਾਈ ਭਗੀਰਥ ਆਦਿ ਸਿੱਖਾਂ ਨੂੰ ਕਿਹਾ, ਮੈਂ ਲੋਕਾਂ ਸਿਉਂ ਕੀਆ ਹੈ, ਜਹਾਨ ਤੋਂ ਤਮਾਸ਼ਗੀਰ ਹੈ, ਬਾਜੀ ਕੀ ਨਿਆਈ ਆਵਤ ਹੈ। ਗੁਰੂ ਬਾਬੇ ਦਾ ਚਮਤਕਾਰੀ ਚਿਹਰਾ ਦੇਖ ਕੇ ਕਈ ਕਹਿਣ ਲੱਗੇ, ਅੱਗੇ ਤਾਂ ਬਾਬਾ ਹੋਰ ਥਾ, ਅਬ ਔਰ ਹੁਆ। ਕੁਝ ਲੋਕੀ ਪੁੱਛਣ ਲੱਗੇ, ਇਹ ਤਾਂ ਦੱਸੋ ਕਿ ਇੱਕ ਮੁਸਲਮਾਨ ਦਾ ਰਾਹ ਹੈ, ਦੂਜਾ ਹਿੰਦੂ ਦਾ, ਤੁਸੀਂ ਕਿਹੜਾ ਰਾਹ ਚੁਣੋਗੇ? ਜੀ ਨਾ ਕੋਈ ਹਿੰਦੂ ਹੈ ਨਾ ਮੁਸਲਮਾਨ। ਗੁਰੂ ਨਾਨਕ ਦੇਵ ਜੀ ਨੇ ਇਤਿਹਾਸਿਕ ਬਚਨ ਬੋਲਦੇ ਫਰਮਾਇਆ, ਤੁਸੀਂ ਪੁੱਛਦੇ ਹੋ ਕਿਸ ਦੇ ਰਾਹ ਤੇ ਹੋਵੀਏ? ਖੁਦਾ ਦੇ ਰਾਹ ਹੋਵੋ। ਖੁਦਾ ਨਾ ਹਿੰਦੂ ਹੈ ਨਾ ਮੁਸਲਮਾਨ। ਸਾਡੀ ਨਜ਼ਰ ਵਿੱਚ ਕੋਈ ਵੀ ਹਿੰਦੂ ਮੁਸਲਮਾਨ ਨਹੀਂ। ਉੱਥੇ ਹੀ ਦੌਲਤ ਖਾਨ ਦੇ ਅਹਲਕਾਰ ਪੁੱਜੇ ਅਤੇ ਉਹਨਾਂ ਨਵਾਬ ਵੱਲੋਂ ਸੰਦੇਸ਼ ਦਿੱਤਾ ਤਾਂ ਪੁਰਾਤਨ ਜਨਮ ਸਾਖੀ ਦੇ ਸ਼ਬਦਾਂ ਵਿੱਚ, ਤਬ ਗੁਰੂ ਨਾਨਕ ਕਿਹਾ, ਮੈਂ ਤੇਰੇ ਖਾਨ ਕੀ ਕਿਆ ਪਰਵਾਹੀ ਪੜੀ ਹੈ। ਮਿਹਰਬਾਨ ਦੀ ਸਾਖੀ ਅਨੁਸਾਰ ਇਹ ਵੀ ਕਿਹਾ, ਮੈਂ ਦੌਲਤ ਖਾਂ ਸਾਥ ਕਿਆ ਹੈ। ਇਹ ਦੂਜਾ ਇਨਕਲਾਬੀ ਸੀ ਜੋ ਉੱਥੇ ਹੋਇਆ। ਸ਼ਾਹਾਂ ਦੀ ਪਰਵਾਹ ਹਟਾਉਣੀ ਹੀ ਖੁਦਾਈ ਬੰਦਿਆਂ ਦਾ ਕੰਮ ਹੈ। ਮਨਮੁਖ ਹੋਏ ਬੰਦੇ ਦਾ ਬੰਦਾ ਪਾਤਸ਼ਾਹ ਦਾ ਕਹਿਣਾ ਸੀ। ਜਦ ਦੌਲਤ ਖਾਂ ਨੂੰ ਪਤਾ ਲੱਗਾ ਕਿ ਅਹਲਕਾਰ ਨੇ ਰੋਹਬ ਨਾਲ ਗੁਰੂ ਜੀ ਨੂੰ ਬੁਲਾਉਣਾ ਚਾਹਿਆ ਤਾਂ ਉਸ ਨੇ ਅਹਲਕਾਰ ਤੇ ਗੁੱਸਾ ਕੀਤਾ ਅਤੇ ਨਿਮਰਤਾ ਨਾਲ ਕਹਿਲਾ ਭੇਜਿਆ ਕਿ ਨਾਨਕ ਜੀ ਰਜਾਏ ਖੁਦਾਏ ਤੂੰ ਆਓ। ਆਪ ਜੀ ਦੌਲਤ ਖਾਂ ਪਾਸ ਪੁੱਜੇ ਅਤੇ ਦਸਤ ਪੰਜਾ ਲੈ ਕੇ ਬੈਠ ਗਏ। ਕਾਜ਼ੀਆਂ ਨੇ ਗੁੱਸਾ ਮਨਾਇਆ ਕਿ ਰਾਜ ਦੇ ਕਰਮਚਾਰੀ ਦਾ ਇਸ ਤਰ੍ਹਾਂ ਬਗੈਰ ਸਿਰ ਝੁਕਾਏ ਫਿਰ ਦਸਤ ਪੰਜਾ ਲੈ ਕੇ ਬੈਠਣਾ ਦਰਬਾਰੀ ਮਰਿਆਦਾ ਦੀ ਉਲੰਘਣਾ ਹੈ। ਸੋ ਪੁੱਛਿਆ ਗਿਆ ਕਿ ਤੁਸਾਂ ਸਿਰ ਕਿਉਂ ਨਹੀਂ ਝੁਕਾਇਆ ਤਾਂ ਗੁਰੂ ਜੀ ਨੇ ਖੁਸ਼ਵਕਤ ਰਾਏ ਦੇ ਕਹਿਣ ਅਨੁਸਾਰ ਫਰਮਾਇਆ, ਆ ਤਮਾ ਬੂਦ ਸਲਾਮ ਮੀ ਕਰਦ, ਗਰਦਨ ਬੇ ਤਮਾ ਬੁਲੰਦ ਬਵਦ। ਭਾਵ ਹਿਰਸੀ ਹੀ ਸਿਰ ਝੁਕਾਉਂਦਾ ਹੈ, ਬਗੈਰ ਲਾਲਚ ਵਾਲੇ ਦਾ ਸਿਰ ਹਮੇਸ਼ਾ ਉੱਚਾ ਹੀ ਰਹਿੰਦਾ ਹੈ। ਕਾਜ਼ੀਆਂ ਦਾ ਅਗਲਾ ਪ੍ਰਸ਼ਨ ਸੀ, ਹਿੰਦੂ ਹਸਤੀ ਕਿ ਮੁਸਲਮਾਨ? ਗੁਰੂ ਜੀ ਨੇ ਫਰਮਾਇਆ, ਹਰਦੋ ਨੇਸਤਮ ਬੰਦੈ ਖੁਦਾ ਹਸਤੰਦ ਕੀ ਹਮਾ ਮਹਜਬ ਅਜ ਮਨ ਹਸਤੰਦ। ਦੋਵਾਂ ਵਿੱਚੋਂ ਕੋਈ ਨਹੀਂ ਹਾਂ, ਖੁਦਾ ਦਾ ਬੰਦਾ ਹਾਂ ਅਤੇ ਸਾਰੇ ਧਰਮ
ਮੈਨੂੰ ਪਿਆਰੇ ਹਨ। ਭਾਈ ਮਣੀ ਸਿੰਘ ਜੀ ਲਿਖਦੇ ਹਨ ਕਿ ਗੁਰੂ ਨਾਨਕ ਦੇਵ ਜੀ ਨੂੰ ਜਦ ਨਾ ਕੋ ਹਿੰਦੂ ਨਾ ਮੁਸਲਮਾਨ ਬੋਲਦਾ ਕਟਕ ਖਿਆਲੀਆ ਨੇ ਸੁਣਿਆ ਤਾਂ ਦੌਲਤ ਖਾਂ ਨੂੰ ਕਰੜੀ ਕਾਰਵਾਈ ਕਰਨ ਲਈ ਆਖਿਆ। ਉਸਨੇ ਸਾਫ਼ ਇਨਕਾਰ ਕਰ ਦਿੱਤਾ। ਕਾਜੀ ਨੇ ਇੱਥੋਂ ਤੱਕ ਕਿਹਾ, ਖਾਨ ਤੂੰ ਗਲਤੀ ਕਰ ਰਿਹਾ ਹੈ, ਤੂੰ ਭੁੱਲਾ ਹੈ। ਜਦ ਬਾਬੇ ਨੂੰ ਭਰੇ ਦਰਬਾਰ ਵਿੱਚ ਪੁੱਛਿਆ ਗਿਆ ਕਿ ਤੂੰ ਕੌਣ ਹੈ ਤਾਂ ਨਾਨਕ ਜੀ ਨੇ ਫਰਮਾਇਆ, ਮੈਂ ਵਾਹਿਗੁਰੂ ਬਿਨਾਂ ਦੂਜਾ ਕੁਝ ਨਹੀਂ ਜਾਣਦਾ। ਦੇਹ ਹੀ ਹਿੰਦੂ ਹੈ, ਦੇਹ ਹੀ ਮੁਸਲਮਾਨ ਹੈ, ਮੈਂ ਦੋਹਾਂ ਦਾ ਸਾਖੀ ਨਿਆਰਾ ਹਾਂ। ਖਾਂ ਨੇ ਸਭ ਦਰਬਾਰੀਆਂ ਸਾਹਮਣੇ ਗੁਰੂ ਨਾਨਕ ਜੀ ਅੱਗੇ ਸਿਰ ਝੁਕਾਇਆ ਤੇ ਕਿਹਾ, ਜੋ ਮੈਂ ਆਪ ਨੂੰ ਖੁਦਾਏ ਦਾ ਵਲੀ ਜਾਣਦਾ ਹਾਂ। ਜਦ ਦੌਲਤ ਖਾਂ ਨੇ ਮਨ ਟਿਕਾਓ ਦਾ ਤਰੀਕਾ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ, ਜਿਉਂ-ਜਿਉਂ ਤੇਰਾ ਧਿਆਨ ਨਿਕਲ ਜਾਏ ਤਿਉਂ-ਤਿਉਂ ਦ੍ਰਿੜ ਕਰ। ਪਰ ਕਾਜੀ ਚੁੱਪ ਕਰਨ ਵਾਲੇ ਕਿੱਥੇ ਸਨ। ਉਹਨਾਂ ਕਿਹਾ ਕਿ ਇਹ ਗੱਲ ਯਕੀਨੀ ਹੈ ਕਿ ਜੋ ਵੀ ਹਜ਼ਰਤ ਤੇ ਈਮਾਨ ਲਿਆਉਣਗੇ ਉਹ ਹੀ ਛੁੱਟਣਗੇ। ਗੁਰੂ ਨਾਨਕ ਜੀ ਨੇ ਕਿਹਾ, ਐਸਾ ਨਹੀਂ। ਗੁਰੂ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਪਰਾਇਆ ਹੱਕ ਖੁਦਾਏ ਅਤੇ ਹਜ਼ਰਤ ਮਨਹੇ ਕੀਆ ਹੈ। ਉੱਥੇ ਇੱਕ ਹੋਰ ਇਨਕਲਾਬੀ ਗੱਲ ਕਰਦੇ ਹੋਏ ਫਰਮਾਇਆ, ਨਰਕ ਪਰਾਇਆ ਹੱਕ ਖਾਂਦੇ ਹੀ ਜਾਂਦਾ ਹੈ। ਕਾਜੀ ਨੇ ਹੋਰ ਤਰਕ ਕਰਦੇ ਹੋਏ ਕਿਹਾ, ਜੋ ਸਭ ਇੱਕ ਹਨ ਤਾਂ ਸਾਡੇ ਨਾਲ ਨਮਾਜ਼ ਪੜ੍ਹ। ਗੁਰੂ ਨਾਨਕ ਦੇਵ ਜੀ ਸਭ ਨਾਲ ਮਸੀਤ ਗਏ। ਜਦ ਸਾਰੇ ਨਮਾਜ਼ ਪੜ੍ਹ ਰਹੇ ਸਨ ਤਾਂ ਬਾਬਾ ਜੀ 2 ਵਾਰੀ ਹੱਸੇ। ਕਾਜੀ ਨੇ ਕਿਹਾ, ਦੇਖਿਆ ਖਾਨ, ਇਹ ਕਾਫਰ ਸਾਡੀ ਨਮਾਜ਼ ਨੂੰ ਹੱਸਿਆ ਹੈ। ਤਾਂ ਦੌਲਤ ਖਾਂ ਨੇ ਪੁੱਛਿਆ, ਬਾਬਾ ਜੀ ਤੁਸੀਂ ਸਾਡੀ ਨਮਾਜ਼ ਨੂੰ ਕਿਉਂ ਹੱਸੇ ਹੋ? ਬਾਬੇ ਨੇ ਕਿਹਾ, ਮੈਂ ਨਮਾਜ਼ ਨੂੰ ਨਹੀਂ ਉਠਕ ਬੈਠਕ ਨੂੰ ਹੱਸਿਆ ਸੀ। ਜੇ ਉਠਕ ਬੈਠਕ ਹੀ ਕਰਨੀ ਸੀ ਤਾਂ ਉਹ ਮਸੀਤ ਤੋਂ ਬਾਹਰ ਵੀ ਹੋ ਸਕਦੀ ਸੀ। ਜਿਸ ਵੇਲੇ ਤੁਸੀਂ ਉਜੂ ਕਰਦੇ ਸੀ ਉਸ ਸਮੇਂ ਤੁਹਾਡਾ ਮਨ ਨਮਾਜ਼ ਵੱਲ ਹੈ ਸੀ ਅਤੇ ਤੁਹਾਡੇ ਉੱਪਰ ਖੁਦਾਏ ਪ੍ਰਸੰਨ ਸੀ। ਜਦ ਨਮਾਜ਼ ਪੜ੍ਹਨ ਲੱਗੇ ਤਾਂ ਮਨ ਨਾ ਖਲੋਤਾ। ਇਮਾਮ ਨੂੰ ਕਿਹਾ, ਤੂੰ ਇਮਾਮ ਹੈ, ਤੇਰੇ ਪਿੱਛੇ ਲੱਗ ਸਭ ਨਮਾਜ਼ ਅਦਾ ਕਰਦੇ ਹਨ। ਸੋ ਤੇਰੇ ਘਰ ਘੋੜੀ ਸੂਈ ਸੀ, ਤੇਰੇ ਘਰ ਖੂਹ ਹੈ, ਤੇਰਾ ਧਿਆਨ ਉੱਧਰ ਗਿਆ। ਮਤ ਮੇਰੀ ਬਸ਼ੇਰੀ ਖੂਹ ਵਿੱਚ ਪੈ ਜਾਂਦੀ ਹੋਵੇ। ਜੇ ਇਮਾਮ ਦਾ ਮਨ ਰਿਹਾ ਨਹੀਂ ਤਾਂ ਹੋਰਨਾਂ ਦੀ ਨਮਾਜ਼ ਕਿੱਥੋਂ ਕਬੂਲ ਪਵੇ। ਫਿਰ ਖਾਨ ਨੇ ਸਾਰਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ, ਇਹ ਕੋਈ ਵਲੀ ਪੈਦਾ ਹੋਇਆ ਹੈ, ਇਸ ਦੀ ਸੇਵਾ ਕਰਨੀ ਪ੍ਰਵਾਨ ਹੈ। ਕਨਈਆ ਲਾਲ ਤਾਰੀਖ ਏ ਪੰਜਾਬ ਵਿੱਚ ਇਸ ਘਟਨਾ ਬਾਰੇ ਲਿਖਦਾ ਹੈ ਕਿ ਗੁਰੂ ਜੀ ਨਵਾਬ ਨਾਲ ਨਮਾਜ਼ ਪੜ੍ਹਨ ਤੁਰੇ। ਸ਼ਹਿਰ ਵਿੱਚ ਰੌਲਾ ਪੈ ਗਿਆ, ਅੱਜ ਨਾਨਕ ਜੀ ਮੁਸਲਮਾਨ ਬਣ ਜਾਣਗੇ। ਨਵਾਬ ਨੇ ਇਮਾਮ ਜਦੋਂ ਨਮਾਜ਼ ਪੜ੍ਹਨ ਲਈ ਖਲੋਤੇ ਤਾਂ ਆਪ ਜੀ ਸ਼ਾਮਿਲ ਨਾ ਹੋਏ। ਨਮਾਜ਼ ਅਦਾ ਹੋਣ ਪਿੱਛੋਂ ਨਵਾਬ ਨੇ ਇਸ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ, ਤੁਸੀਂ ਤਾਂ ਨਮਾਜ਼ ਵਿੱਚ ਖਲੋਤੇ ਕਾਬਲ ਦੇ ਘੋੜੇ ਖਰੀਦ ਰਹੇ ਸੌ ਅਤੇ ਇਮਾਮ ਨੂੰ ਇਸ ਗੱਲ ਦੀ ਚਿੰਤਾ ਖਾ ਰਹੀ ਸੀ ਮਤੇ ਉਸ ਦੀ ਘੋੜੀ ਦਾ ਵਛੇਰਾ ਖੂਹ ਵਿੱਚ ਨਾ ਡਿੱਗ ਪਵੇ। ਇਸੇ ਤਰ੍ਹਾਂ ਬਾਕੀਆਂ ਦੇ ਮਨ ਵੀ ਆਪਣੇ ਆਪਣੇ ਧੰਦਿਆਂ ਵਿੱਚ ਰੁੱਝੇ ਹੋਏ ਸਨ। ਉਹ ਸੱਚੇ ਦਿਲੋਂ ਨਮਾਜ਼ ਨਹੀਂ ਸਨ ਪੜ੍ਹ ਰਹੇ। ਮੈਂ ਇਸ ਲਈ ਨਮਾਜ਼ ਨਹੀਂ ਪੜ੍ਹੀ। ਅਜਿਹੀ ਨਮਾਜ਼ ਨਾਲੋਂ ਤਾਂ ਨਾ ਪੜ੍ਹਨੀ ਹੀ ਚੰਗੀ ਹੈ। ਇਹਨਾਂ ਸਭ ਨੂੰ ਆਪਣੇ ਆਪਣੇ ਦਿਲ ਦੀ ਮੈਲ ਦਾ ਪਤਾ ਸੀ। ਇਸ ਲਈ ਬਾਬਾ ਨਾਨਕ ਨੂੰ ਕੁਝ ਨਾ ਕਿਹਾ। ਉਹਨਾਂ ਜਾਣ ਲਿਆ ਕਿ ਇਹ ਵਲੀ ਹੈ। ਦੌਲਤ ਖਾਂ ਇਸ ਭੇਦ ਭਰੀ ਗੱਲ ਤੇ ਹੈਰਾਨ ਰਹਿ ਗਿਆ ਅਤੇ ਭੁੱਲ ਬਖਸ਼ਾਈ। ਆਪ ਜੀ ਨੇ ਆਪਣਾ ਪਹਿਲਾਂ ਲਿਆ ਨਿਰਣਾ ਵੀ ਉੱਥੇ ਹੀ ਦੁਹਰਾ ਦਿੱਤਾ ਸੀ ਕਿ ਹੁਣ ਉਹ ਸੁਲਤਾਨਪੁਰ ਨਹੀਂ ਟਿਕਣਗੇ ਅਤੇ ਹਰ ਉਸੇ ਟਿਕਾਣੇ ਤੇ ਪੁੱਜਣ ਦਾ ਯਤਨ ਕਰਨਗੇ ਜਿੱਥੇ ਕੁਧਰਮ ਪੈਦਾ ਹੁੰਦਾ ਹੈ। ਭਾਈ ਗੁਰਦਾਸ ਜੀ ਦੇ ਸ਼ਬਦਾਂ ਅਨੁਸਾਰ ਬਾਬੇ ਨੇ ਧਿਆਨ ਧਰ ਦੇਖ ਲਿਆ ਸੀ ਕਿ ਆਦਰਸ਼ ਦੀ ਖੁੰਝੀ ਲੁਕਾਈ ਤਰਾਹ-ਤਰਾਹ ਕਰ ਰਹੀ ਹੈ। ਉਹਨਾਂ ਨੂੰ ਸੋਧਣ ਲਈ ਉਹ ਮੈਦਾਨ ਵਿੱਚ ਨਿਕਲ ਪਏ। ਪਹਿਲਾਂ ਨਵਾਬ, ਫਿਰ ਜੈ ਰਾਮ ਜੀ, ਫਿਰ ਉਹਨਾਂ ਦੀ ਪਤਨੀ ਅਤੇ ਬੱਚੇ। ਪਿੱਛੋਂ ਪਿਤਾ ਅਤੇ ਮਾਤਾ ਜੀ ਅਤੇ ਸੱਸ ਸਹੁਰੇ ਨੇ ਰੋਕ ਪਾਉਣੀ ਚਾਹੀ ਤਾਂ ਉਹ ਆਪਣੇ ਇਰਾਦੇ ਤੇ ਅਹਿਲ ਸਨ। ਦੌਲਤ ਖਾਂ ਨੇ ਬਸ ਹੁਣ ਇੰਨੀ ਹੀ ਅਰਜ਼ ਕੀਤੀ ਸੀ ਕਿ ਜੋ ਰਾਹ ਦੁਨੀਆ ਨੂੰ ਦੇਣਾ ਚਾਹੋਗੇ ਉਸ ਦੀ ਰੌਸ਼ਨੀ ਉਸ ਨੂੰ ਹੀ ਦੇਵੋ। ਮਹਾਰਾਜ ਨੇ ਬਖਸ਼ਿਸ਼ ਕੀਤੀ ਅਤੇ ਜਿਸ ਖਿਜ਼ਰ ਦੇ ਦਰਸ਼ਨਾਂ ਲਈ
ਤਰਸਦਾ ਸੀ ਉਹ ਆਪ ਹੀ ਹੋ ਗਿਆ। ਮਹਿਮਾ ਪ੍ਰਕਾਸ਼ ਦੇ ਸ਼ਬਦਾਂ ਵਿੱਚ। ਸ਼ਬਦ ਸੁਣਾ ਜਬ ਖਾਨ, ਸੋਇਆ ਮਨ ਜਾਗਾ ਤਬੀ, ਹੋਏ ਰਹਾ ਹੈਰਾਨ ਭਈ ਮੁਹੱਬਤ ਰੱਬ ਕੀ। ਭਾਈ ਮਰਦਾਨੇ ਨੂੰ ਵੀ ਨਵੀਂ ਰਵਾਬ ਫਿਰੰਦੇ ਕੋਲੋਂ ਬਣਵਾ ਦਿੱਤੀ ਸੀ ਅਤੇ ਨਿਸ਼ਾਨੇ ਵੀ ਉਹਨਾਂ ਮਿਥ ਲਏ ਸਨ। ਹਿਸਾਬ ਕਰਨ 'ਤੇ ਤਵਾਰੀਖ ਗੁਰੂ ਖਾਲਸਾ ਦੇ ਕਥਨ ਅਨੁਸਾਰ 760 ਰੁਪਏ ਗੁਰੂ ਨਾਨਕ ਜੀ ਦੇ ਵੱਧ ਨਿਕਲੇ ਸਨ। ਤੁਰਨ ਵੇਲੇ ਨਵਾਬ ਅਤੇ ਜੈ ਰਾਮ ਜੀ ਨੇ ਬਹੁਤੇਰਾ ਚਾਹਿਆ ਕਿ ਭਾਰੀ ਰਕਮ ਗੁਰੂ ਨਾਨਕ ਜੀ ਦੇ ਪੁੱਤਰਾਂ ਦੇ ਨਾਂ ਲਗਾ ਦਿੱਤੀ ਜਾਵੇ, ਪਰ ਗੁਰੂ ਜੀ ਨੇ ਸੁਲਤਾਨਪੁਰ ਛੱਡਣ ਤੋਂ ਪਹਿਲਾਂ ਹੀ ਸਾਰੀ ਰਕਮ ਲੋੜਵੰਦਾਂ ਵਿੱਚ ਵੰਡ ਦਿੱਤੀ। ਇਸ ਤਰ੍ਹਾਂ 4.5 ਸਾਲ ਇਨਕਲਾਬੀ ਬਚਨ ਅਤੇ ਕਰਮ ਕਰਕੇ ਬਾਬਾ ਜੀ ਭੇਖੀ ਪ੍ਰਭੂ ਨਾ ਪਾਈਐ ਅਤੇ ਤਾਂ ਕਿਛ ਘਾਲ ਪਵੇ ਦਰ ਲੇਖੇ ਜੇ ਉਸਦੀ ਨਦਰ ਹੋਵੇ ਦਾ ਆਦਰਸ਼ ਦ੍ਰਿੜ ਕਰਾਉਣ ਲਈ ਹਿੰਦੂ ਕੇਂਦਰਾਂ ਵੱਲ 1505 ਈਸਵੀ ਵਿੱਚ ਰਬਾਬੀ ਭਾਈ ਮਰਦਾਨਾ ਨਾਲ ਚੱਲ ਪਏ। ਨਾਨਕੀ ਜੀ ਨੂੰ ਕਿਹਾ, ਜਦ ਯਾਦ ਕਰੋਗੇ ਉਸੇ ਵੇਲੇ ਆ ਜਾਵਾਂਗਾ। ਸਿਮਰਨ ਜਬ ਕਰੋ ਆਏ ਮਿਲੋ ਤਿਸ ਕਾਲ। ਜਦ ਫਿਰ ਸੁਲਤਾਨਪੁਰ ਆਏ। ਪਹਿਲੀ ਉਦਾਸੀ ਦੀ ਸਮਾਪਤੀ ਉਪਰੰਤ ਆਪ ਜੀ ਪਹਿਲਾਂ ਸਿੱਧੇ ਸੁਲਤਾਨਪੁਰ ਆਏ। ਫਿਰ ਦੌਲਤ ਖਾਂ ਨਾਲ ਕਈ ਦਿਨ ਵਿਚਾਰਾਂ ਹੁੰਦੀਆਂ ਰਹੀਆਂ। ਉਸ ਨੇ ਕਈ ਸ਼ੰਕੇ ਉਠਾਏ ਜਿਨ੍ਹਾਂ ਦੀ ਆਪ ਨੇ ਨਿਵ੍ਰਿਤੀ ਕੀਤੀ। ਪੁੱਛਣ 'ਤੇ ਸੁਰਖਰੂ ਹੋਣ ਦਾ ਰਾਹ ਵੀ ਦੱਸਿਆ ਅਤੇ ਸੰਸਾਰ ਨੂੰ ਟਿਕਾਣਾ ਨਾ ਸਮਝੋ, ਇਹ ਹੀ ਜਾਣੋ ਕਿ ਇੱਥੋਂ ਟੁਰ ਜਾਣਾ ਹੈ। ਤਾਂ ਦੌਲਤ ਖਾਂ ਨੇ ਕਿਹਾ, ਜੀ ਤੂੰ ਉਹ ਕੋਈ ਹੈ, ਭਾਵ ਖੁਦਾ ਹੈ, ਤੇਰਾ ਵੀ ਸ਼ੁਮਾਰ ਕੀਤਾ ਕਿਛ ਨਹੀਂ ਜਾਂਦਾ। ਸਾਹਿਬ ਜੀ ਦਿਲਾਂ ਦਾ ਮਾਲਕ ਹੈ, ਸੋ ਤਾਂ ਕਿੰਨੇ ਡਿਠਾ ਨਾਹੀਂ। ਇੱਥੇ ਤਾਂ ਜਹਾਨ ਵਿੱਚ ਦਿਲਾਂ ਦਾ ਮਾਲਕ ਤੂੰ ਹੀ ਹੈ। ਗੁਰੂ ਨਾਨਕ ਜੀ ਨੇ ਫਿਰ ਵੀ ਨਿਮਰਤਾ ਵਿੱਚ ਭਿੱਜੇ ਸ਼ਬਦ ਬੋਲਦੇ ਆਖਿਆ, ਖਾਨ ਜੀ ਤੂੰ ਨਿਹਾਲ ਹੋਆ ਅਤੇ ਤੇਰੇ ਪਿੱਛੇ ਅਸੀਂ ਵੀ ਨਿਹਾਲ ਹੋਏ। ਜਿਸ ਸਾਹਿਬ ਸੱਚਾ ਚਿੱਤ ਆਇਆ। ਮਿਹਰਬਾਨ ਦੇ ਕਥਨ ਅਨੁਸਾਰ ਦੌਲਤ ਖਾਂ ਨੇ ਤਰਲੇ ਕੀਤੇ ਕਿ ਉਹ ਰਾਜ ਕਾਜ ਦੇ ਕੰਮ ਨੂੰ ਸੰਭਾਲਣ। ਉਸ ਨੇ ਕਿਹਾ, ਬਾਬਾ ਨਾਨਕ ਜੀ ਇਹ ਰਾਜ ਜੋ ਹੈ ਸੋ ਸਭ ਤੇਰਾ ਹੈ, ਤੇਰੇ ਆਗੇ ਹੈ। ਨੇਕੀ ਕਰ ਭਾਵੇਂ ਬਦੀ ਕਰ, ਸਿਆਹੀ ਕਰ ਭਾਵੇਂ ਸੁਪੈਦੀ ਕਰ, ਜਿਉਂ ਜਾਣਹਿ ਤਿਉਂ ਚਲਾਏ। ਇੱਕ ਪ੍ਰਸਾਦ ਮੁਝ ਕਿਉਂ ਤੂੰ ਦੇਹ ਜੋ ਬੈਠਾ ਮੈਂ ਖਾਉ। ਹੋਰ ਸਭ ਕੁਝ ਤੇਰਾ ਹੈ, ਧਨ ਮਾਲ ਰਾਜ ਪਾਟ, ਤੂੰ ਇਸ ਕਾਮ ਕਿਉਂ ਕਬੂਲ ਕਰ। ਗੁਰੂ ਨਾਨਕ ਜੀ ਨੇ ਇਹ ਸਭ ਕੁਝ ਸੁਣ ਕੇ ਕਿਹਾ, ਦੌਲਤ ਖਾਂ ਮੈਂ ਜਾਣਦਾ ਹਾਂ ਕਿ ਇਹ ਬਾਤ ਹਮ ਕਿਉਂ ਮਤ ਕਹੀ ਹੈ, ਅਜੇ ਕਿੰਨਾ ਕੁਝ ਹੋਰ ਕਰਨ ਵਾਲਾ ਹੈ। ਜਦ ਕੁਝ ਲੋਕਾਂ ਨੇ ਪਰਮਾਤਮਾ ਨੂੰ ਪਾਉਣ ਦਾ ਰਾਹ ਪੁੱਛਿਆ ਤਾਂ ਆਪ ਨੇ ਗੁਰਮੁਖਾਂ ਦੀ ਸੰਗਤ, ਸ਼ਬਦ ਦੀ ਟੇਕ ਅਤੇ ਹਿਰਦਾ ਸ਼ੁੱਧ ਰੱਖਣ ਦਾ ਉਪਦੇਸ਼ ਦਿੱਤਾ। ਸਾਰਾ ਸੁਲਤਾਨਪੁਰ ਗੁਰੂ ਨਾਨਕ ਦੇਵ ਜੀ ਨੂੰ ਹਿੰਦੂ ਮੁਸਲਮਾਨ ਕਰ ਪੀਰ ਅਤੇ ਵਾਹ ਬਾਬਾ ਨਾਨਕ ਜੀ ਕਹਿ ਉੱਠਿਆ। ਦੂਜੀ ਫੇਰੀ ਵਿੱਚ ਗੁਰੂ ਨਾਨਕ ਦੇਵ ਜੀ ਕੁੱਲ 5 ਦਿਨ ਸੁਲਤਾਨਪੁਰ ਟਿਕੇ ਸਨ। ਅੱਜ ਅਸੀਂ ਬਲਿਓ ਚਿਰਾਗ ਕਿਤਾਬ ਦੇ 57 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।